Very good morning, everyone. Before I begin, Anjali, can you please once confirm if my voice is clear? Yes, it is Shikhir. Thanks a lot. ਜਿੰਨੇ ਵੀ ਲੋਕੀ ਅੱਜ ਸਾਡੇ ਨਾਲ ਜੁੜੇ ਨੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਹ ਵੈਬਿਨਾਰ ਜੁਆਇਨ ਕਰਨ ਵਾਸਤੇ। ਮੇਰਾ ਨਾਮ ਸ਼ਿਖਰ ਹੈ ਤੇ ਮੈਂ ਕੈਨੇਡੀਅਨ ਐਮਬੈਸੀ ਚੰਡੀਗੜ੍ਹ ਦੇ ਵਿੱਚ ਆਊਟਰੀਚ ਆਫੀਸਰ ਹੈਗਾ। ਸਾਨੂੰ ਇਹ ਦੱਸਦੇ ਹੋਇਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ 20 ਅਕਤੂਬਰ ਦੀ ਅਨਾਉਂਸਮੈਂਟ ਤੋਂ ਬਾਅਦ ਹੁਣ ਬਹੁਤ ਸਾਰੇ ਇੰਟਰਨੈਸ਼ਨਲ ਵਿਦਿਆਰਥੀ ਨੇ ਜਿਹੜੇ ਕੈਨੇਡਾ ਜਾ ਸਕਦੇ ਨੇ। ਇਸ ਵੈਬਿਨਾਰ ਰਾਹੀਂ ਅਸੀਂ ਤੁਹਾਨੂੰ ਪੰਜਾਬੀ ਵਿੱਚ ਲੇਟੈਸਟ ਜਾਣਕਾਰੀ ਦੇਵਾਂਗੇ, ਨਾਲੇ ਤੁਹਾਡੇ ਸਵਾਲਾਂ ਦਾ ਜਵਾਬ ਵੀ ਦੇਵਾਂਗੇ। ਇਸ ਤੋਂ ਪਹਿਲਾਂ ਅਸੀਂ ਅੱਜ ਦਾ ਵੈਬਿਨਾਰ ਸ਼ੁਰੂ ਕਰੀਏ, ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਵੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਅੱਜ ਪ੍ਰੋਵਾਈਡ ਕਰਾਂਗੇ ਉਹ ਸਿਰਫ ਅੱਜ ਵਾਸਤੇ ਹੀ ਵੈਲਿਡ ਹੈਗੀ ਹੈ। IRCC ਦੇ ਲੇਟੈਸਟ ਪ੍ਰੋਸੈਸਸ ਬਾਰੇ ਤੇ ਲੇਟੈਸਟ ਟਰੈਵਲ ਰਿਸਟ੍ਰਿਕਸ਼ਨਸ ਬਾਰੇ ਤੁਸੀਂ ਜਦੋਂ ਵੀ ਜਾਣਕਾਰੀ ਲੈਣੀ ਹੈ ਤੁਸੀਂ ਸਾਡੀ ਵੈਬਸਾਈਟ www.canada.ca/immigration ਤੇ ਜਾ ਕੇ ਲੈ ਸਕਦੇ ਹੋ। ਸਾਨੂੰ ਪਤਾ ਹੈ ਕਿ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਕੈਨੇਡਾ ਆਉਂਦੇ ਨੇ ਉਹ ਕੈਨੇਡਾ ਦੇ ਵਿੱਚ ਸਮਾਜਿਕ ਤੇ ਸੱਭਿਆਚਾਰਕ ਤੌਰ ਤੇ ਬਹੁਤ ਜ਼ਿਆਦਾ ਯੋਗਦਾਨ ਕਰਦੇ ਨੇ। ਜਦੋਂ ਦੀ ਕਰੋਨਾ ਦੀ ਮਹਾਮਾਰੀ ਸ਼ੁਰੂ ਹੋਈ ਹੈ, ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਨੇ ਬਹੁਤ ਸਾਰੇ ਟੈਂਪਰੇਰੀ ਬਦਲਾਵ ਕੀਤੇ ਨੇ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਤੇ ਕੈਨੇਡਾ ਦੇ ਵਿੱਚ DLIs ਨੂੰ ਸਪੋਰਟ ਕਰਨ ਵਾਸਤੇ ਸੀਗੇ। ਅੱਜ ਦਾ ਜਿਹੜਾ ਏਜੰਡਾ ਹੈਗਾ ਉਹਦੇ 'ਚ ਅਸੀਂ ਇਹ ਸਾਰਾ ਕੁਝ ਕਵਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਤੁਹਾਨੂੰ ਕੈਨੇਡਾ ਦੇ ਵਿੱਚ ਪੜ੍ਹਾਈ ਕਿਉਂ ਕਰਨੀ ਚਾਹੀਦੀ ਹੈ। ਦੂਜਾ ਅਸੀਂ ਦੇਖਾਂਗੇ ਕਿ ਜਿਹੜਾ ਕੈਨੇਡਾ ਦਾ ਸਟੱਡੀ ਪਰਮਿਟ ਪ੍ਰੋਸੈਸ ਹੈਗਾ ਉਹ ਕਿੱਦਾਂ ਕੰਮ ਕਰਦਾ ਹੈ। ਤੀਜਾ ਜਿਹੜਾ ਇਸ ਵੇਲੇ ਕੈਨੇਡਾ ਟਰੈਵਲ ਕਰਨ ਤੇ ਰਿਸਟ੍ਰਿਕਸ਼ਨਸ ਨੇ ਜਾਂ ਪਾਬੰਦੀਆਂ ਨੇ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ। ਚੌਥਾ, ਇਹਨਾਂ ਟਰੈਵਲ ਰਿਸਟ੍ਰਿਕਸ਼ਨਸ ਤੇ ਕੀ ਐਗਜ਼ੈਂਪਸ਼ਨਸ ਨੇ। ਇਹਦਾ ਮਤਲਬ ਇਹ ਹੈ ਕਿ ਟਰੈਵਲ ਤੇ ਪਾਬੰਦੀਆਂ ਹੋਣ ਤੋਂ ਬਾਅਦ ਵੀ ਕੌਣ ਇਸ ਟਾਈਮ ਟਰੈਵਲ ਕਰ ਸਕਦਾ ਹੈ। ਫਿਰ ਅਸੀਂ ਦੇਖਾਂਗੇ ਕਿ ਸਟੱਡੀ ਪਰਮਿਟ ਪ੍ਰੋਸੈਸਿੰਗ ਦੇ ਵਿੱਚ ਜਿਹੜੀ COVID-19 ਕਰਕੇ ਚੇਂਜਸ ਜਾਂ ਬਦਲਾਵ ਆਏ ਨੇ ਉਹ ਕੀ ਨੇ। ਉਹਦੇ 'ਚ ਇੱਕ ਨਵਾਂ 2 ਸਟੈਪ ਪ੍ਰੋਸੈਸ ਹੈਗਾ। ਸਟੂਡੈਂਟ ਡਾਇਰੈਕਟ ਸਟਰੀਮ ਬਾਰੇ ਤੁਹਾਨੂੰ ਦੱਸਾਂਗੇ। ਤੁਹਾਡੀ ਕੈਨੇਡਾ ਦੇ ਵਿੱਚ ਕੰਮ ਕਰਨ ਬਾਰੇ ਕੀ ਐਲੀਜੀਬਿਲਿਟੀ ਹੈ ਇਹਦੇ ਬਾਰੇ ਦੱਸਾਂਗੇ। ਸਟੱਡੀਜ਼ ਦੇ ਦੌਰਾਨ ਆਥੋਰਾਈਜ਼ਡ ਲੀਵ ਜਾਂ ਛੁੱਟੀ ਬਾਰੇ ਤੁਹਾਨੂੰ ਦੱਸਾਂਗੇ। ਨਵੇਂ ਆਏ PGWP ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਰੂਲਸ ਬਾਰੇ ਅਸੀਂ ਗੱਲ ਕਰਾਂਗੇ। ਤੇ ਸਭ ਤੋਂ ਜ਼ਰੂਰੀ ਜਿਹੜੀ ਇੱਕ ਨਵੀਂ ਅਨਾਉਂਸ ਹੋਈ DLI ਲਿਸਟ ਹੈ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਇਹ ਤੁਹਾਨੂੰ ਕਿੱਦਾਂ ਅਫੈਕਟ ਕਰਦੀ ਹੈ। ਫਿਰ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਬਾਰੇ ਗੱਲ ਕਰਾਂਗੇ ਜਿਹੜਾ ਹੈਗਾ ਇਮੀਗ੍ਰੇਸ਼ਨ ਫਰਾਡ। ਪੰਜਾਬ ਦੇ ਵਿੱਚ ਸਾਨੂੰ ਖਾਸ ਕਰ ਬਹੁਤ ਜ਼ਿਆਦਾ ਤੇ ਬਹੁਤ ਤਰ੍ਹਾਂ ਦੇ ਇਮੀਗ੍ਰੇਸ਼ਨ ਫਰਾਡ ਵੇਖਣ ਨੂੰ ਮਿਲਦੇ ਆ ਜਿਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਤਾਂ ਕਿ ਤੁਸੀਂ ਹੋਰ ਜਾਗਰੂਕ ਹੋ ਸਕੋ ਤੇ ਇਹਨਾਂ ਫਰਾਡਸ ਤੋਂ ਆਪਣੇ ਆਪ ਨੂੰ ਬਚਾ ਸਕੋ। ਫਿਰ ਅਸੀਂ ਗੱਲ ਕਰਾਂਗੇ ਕਿ ਕੈਨੇਡਾ ਟਰੈਵਲ ਕਰਨ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ। ਪ੍ਰੈਜੈਂਟੇਸ਼ਨ ਤੋਂ ਬਾਅਦ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗੇ। ਹੁਣ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਤੁਹਾਨੂੰ ਕੈਨੇਡਾ ਵਿੱਚ ਪੜ੍ਹਾਈ ਕਿਉਂ ਕਰਨੀ ਚਾਹੀਦੀ ਹੈ। ਇਹਦਾ ਸਭ ਤੋਂ ਪਹਿਲਾ ਰੀਜ਼ਨ ਇਹ ਹੈ ਕਿ ਵਿਸ਼ਵ ਪ੍ਰਸਿੱਧ ਯੋਗਤਾਵਾਂ ਕੈਨੇਡਾ ਦੇ ਵਿੱਚ ਜਿਹੜੇ ਕਾਲਜਸ ਤੇ ਯੂਨੀਵਰਸਿਟੀਜ਼ ਨੇ ਉਹ ਪੂਰੀ ਦੁਨੀਆ ਦੇ ਵਿੱਚ ਆਪਣੀ ਕੁਆਲਿਟੀ ਆਫ ਐਜੂਕੇਸ਼ਨ ਲਈ ਪ੍ਰਸਿੱਧ ਨੇ। ਯੂਨੀਵਰਸਿਟੀ ਲੈਵਲ ਤੇ 5 ਵਿੱਚੋਂ 2 ਪ੍ਰੋਫੈਸਰਸ ਦੇ ਕੋਲ ਇੰਟਰਨੈਸ਼ਨਲ ਕੁਆਲੀਫਿਕੇਸ਼ਨਸ ਨੇ ਤੇ ਦੁਨੀਆ ਦੇ ਟੌਪ 250 ਇੰਸਟੀਚਿਊਟਸ ਵਿੱਚੋਂ 11 ਇਸ ਵੇਲੇ ਕੈਨੇਡਾ 'ਚ ਨੇ। ਦੂਜਾ ਰੀਜ਼ਨ ਹੈਗਾ ਜੀ ਕਿਫਾਇਤੀ ਪੜ੍ਹਾਈ। ਕੈਨੇਡਾ ਦੀ ਜਿਹੜੀ ਯੂਨੀਵਰਸਿਟੀ ਟਿਊਸ਼ਨ ਫੀ ਹੈਗੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਇੰਗਲਿਸ਼ ਬੋਲਣ ਵਾਲੇ ਦੇਸ਼ ਨੇ ਉਹਨਾਂ ਸਾਰਿਆਂ ਤੋਂ ਬਹੁਤ ਘੱਟ ਹੈ। ਤੁਹਾਡੀ ਪੜ੍ਹਾਈ ਵਾਸਤੇ ਤੁਹਾਡਾ ਕੋਈ ਵੀ ਬਜਟ ਹੋਵੇ ਤੁਹਾਨੂੰ ਕੈਨੇਡਾ ਦੇ ਵਿੱਚ ਕੋਈ ਨਾ ਕੋਈ ਪੜ੍ਹਾਈ ਦੀ ਆਪਸ਼ਨ ਜ਼ਰੂਰ ਮਿਲ ਜਾਂਦੀ ਹੈ। ਤੀਜਾ ਰੀਜ਼ਨ ਹੈ ਜੀ ਸੁਰੱਖਿਅਤ ਜਾਂ ਬਹੁ ਸੱਭਿਆਚਾਰਕ ਕਮਿਊਨਿਟੀ ਜਾਂ ਮਲਟੀਕਲਚਰਲ ਕਮਿਊਨਿਟੀ। ਕੈਨੇਡੀਅਨਸ ਜਿਹੜੇ ਨੇ ਉਹ ਬਹੁਤ ਹੀ ਵਾਰਮ ਤੇ ਵੈਲਕਮਿੰਗ ਨੇ ਤੇ ਪੂਰੀ ਦੁਨੀਆ ਦੇ ਲੋਕੀ ਇੱਥੇ ਵਸਦੇ ਨੇ ਤੇ ਕੈਨੇਡਾ ਦਾ ਜਿਹੜਾ ਕਲਚਰ ਹੈ ਉਹ ਇਸ ਚੀਜ਼ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਹੈ। ਚੌਥਾ ਰੀਜ਼ਨ ਜਿਹੜਾ ਬਹੁਤ ਹੀ ਵੱਡਾ ਰੀਜ਼ਨ ਹੈ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦਾ ਉਹ ਇਹ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਪੜ੍ਹਾਈ ਕਰਕੇ ਆਪਣਾ ਭਵਿੱਖ ਜਾਂ ਤੁਹਾਡਾ ਜਿਹੜਾ ਫਿਊਚਰ ਹੈਗਾ ਉਹਨੂੰ ਸਫਲ ਬਣਾ ਸਕਦੇ ਹੋ ਕਿਉਂਕਿ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਜਿਹੜਾ ਤੁਹਾਡੀ ਕਮਾਈ ਕਰਨ ਦੀ ਸ਼ਮਤਾ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ। ਕੈਨੇਡੀਅਨਸ ਨੂੰ COVID-19 ਤੋਂ ਬਚਾਉਣ ਵਾਸਤੇ ਗਵਰਨਮੈਂਟ ਆਫ ਕੈਨੇਡਾ ਨੇ ਟਰੈਵਲ ਦੇ ਉੱਤੇ ਕੁਝ ਰਿਸਟ੍ਰਿਕਸ਼ਨਸ ਇੰਪਲੀਮੈਂਟ ਕੀਤੀਆਂ ਨੇ। ਜਦ ਤੱਕ ਗਵਰਨਮੈਂਟ ਕੋਈ ਫਰਦਰ ਨੋਟਿਸ ਨਹੀਂ ਕੱਢਦੀ ਬਹੁਤ ਸਾਰੇ ਫੋਰਨ ਨੈਸ਼ਨਲਸ ਜਿਹੜੇ ਕੈਨੇਡੀਅਨਸ ਨਹੀਂ ਨੇ ਉਹ ਇਸ ਵੇਲੇ ਕੈਨੇਡਾ ਟਰੈਵਲ ਨਹੀਂ ਕਰ ਸਕਦੇ ਬਾਵਜੂਦ ਇਹਦੇ ਕਿ ਉਹਨਾਂ ਕੋਲ ਇੱਕ ਵਿਜ਼ਟਰ ਵੀਜ਼ਾ ਹੈਗਾ ਜਾਂ ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ ਹੈਗੀ ਹੈ। ਜਿਹੜੀ ਇਹ ਰਿਸਟ੍ਰਿਕਸ਼ਨਸ ਟਰੈਵਲ ਤੇ ਲਾਈਆਂ ਗਈਆਂ ਨੇ ਇਹ ਕੈਨੇਡਾ ਦੀ ਸਾਰੀ ਗੈਰ ਜ਼ਰੂਰੀ ਜਾਂ ਨਾਨ ਇਸੈਂਸ਼ੀਅਲ ਟਰੈਵਲ ਜਾਂ ਯਾਤਰਾਵਾਂ ਤੇ
ਰੋਕ ਲਾਉਣ ਲਈ ਲਾਈਆਂ ਗਈਆਂ ਨੇ। ਅਸੀਂ ਤੁਹਾਨੂੰ ਸਟੂਡੈਂਟਸ ਦੇ ਟਰੈਵਲ ਬਾਰੇ ਨਵੀਂ ਹੋਈ ਅਨਾਉਂਸਮੈਂਟ ਬਾਰੇ ਦੱਸਾਂਗੇ। ਅਕਤੂਬਰ 20th ਤੋਂ ਇਫੈਕਟਿਵ ਇਹ ਅਨਾਉਂਸਮੈਂਟ ਹੈਗੀ ਹੈ। ਕੈਨੇਡਾ ਹੁਣ ਉਹਨਾਂ ਸਟੂਡੈਂਟਸ ਨੂੰ ਐਂਟਰੀ ਕਰਨ ਦੀ ਮਨਜ਼ੂਰੀ ਦੇ ਰਿਹਾ ਹੈ ਜਿਹੜੇ ਕਿ ਉਹਨਾਂ ਇੰਸਟੀਚਿਊਟਸ ਵਿੱਚ ਜਾ ਰਹੇ ਨੇ ਜਿਨ੍ਹਾਂ ਕੋਲ ਆਪਣੀ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਕੋਵਿਡ-19 ਰੈਡੀਨੈਸ ਪਲਾਨ ਹੈਗਾ। ਜਿਹੜੇ ਡੀਐਲਆਈਜ਼ ਨੇ ਇਸ ਪਲਾਨ ਦੇ ਤਹਿਤ ਸਟੂਡੈਂਟਸ ਨੂੰ ਇਹ ਦੱਸਣਾ ਜ਼ਰੂਰੀ ਹੈਗਾ ਕਿ ਸਟੂਡੈਂਟਸ ਨੂੰ ਉਹਨਾਂ ਦੇ ਹੈਲਥ ਤੇ ਟਰੈਵਲ ਬਾਰੇ ਜੋ ਰਿਕੁਆਇਰਮੈਂਟਸ ਨੇ ਉਹਦੇ ਬਾਰੇ ਡੀਐਲਆਈਜ਼ ਨੂੰ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ ਸਟੂਡੈਂਟਸ ਨੂੰ ਇਸ ਪਲਾਨ ਦੇ ਤਹਿਤ। ਦੂਜਾ, ਸਟੂਡੈਂਟਸ ਦੇ ਕੁਆਰੰਟਾਈਨ ਪਲਾਨ ਦੇ ਵਿੱਚ ਡੀਐਲਆਈਜ਼ ਨੂੰ ਮਦਦ ਕਰਨਾ ਜ਼ਰੂਰੀ ਹੈ। ਨਾਲ ਹੀ ਸਟੂਡੈਂਟਸ ਦੀ ਸਾਰੀ ਜਿਹੜੀ ਬੇਸਿਕ ਜ਼ਰੂਰਤਾਂ ਨੇ ਜਿੱਦਾਂ ਕਿ ਖਾਣ ਤੇ ਦਵਾਈਆਂ ਦੀ ਜ਼ਰੂਰਤਾਂ ਹੈ ਉਹਦੇ ਵਾਸਤੇ ਤੁਹਾਡੇ ਡੀਐਲਆਈ ਨੂੰ ਤੁਹਾਡੀ ਮਦਦ ਕਰਨੀ ਪੈਣੀ ਹੈ। ਤੀਜਾ, ਜੇ ਕਿਸੇ ਸਟੂਡੈਂਟ ਨੂੰ ਕੈਂਪਸ ਤੇ ਕੋਵਿਡ-19 ਡਿਟੈਕਟ ਹੁੰਦਾ ਹੈ ਜਾਂ ਕੋਵਿਡ ਹੋਣ ਦਾ ਸ਼ੱਕ ਹੁੰਦਾ ਹੈ ਤਾਂ ਡੀਐਲਆਈਜ਼ ਕੋਲ ਰੂਲਸ ਦੇ ਅਨੁਸਾਰ ਸਾਰੇ ਇੰਤਜ਼ਾਮ ਹੋਣੇ ਚਾਹੀਦੇ ਆ। ਜਿਹੜੀ ਅਪਰੂਵਡ ਡੀਐਲਆਈਜ਼ ਦੀ ਲਿਸਟ ਹੈ ਉਹ ਆਈਆਰਸੀਸੀ ਵੈਬਸਾਈਟ ਤੇ ਅਵੇਲੇਬਲ ਹੈ ਤੇ ਇਹ ਜਿਹੜੀ ਲਿਸਟ ਹੈ ਇਹ ਲਗਾਤਾਰ ਅਪਡੇਟ ਹੁੰਦੀ ਰਹੂਗੀ। ਇਹ ਜਿਹੜੀ ਟਰੈਵਲ ਤੇ ਐਗਜ਼ੈਂਪਸ਼ਨਸ ਮਿਲੀਆਂ ਨੇ ਇਹ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਲਈ ਹੈਗੀ ਹੈ, ਚਾਹੇ ਉਹਨਾਂ ਦਾ ਸਟੱਡੀ ਪਰਮਿਟ ਕਦੇ ਵੀ ਅਪਰੂਵ ਹੋਇਆ ਹੋਵੇ। ਕਿਸੇ ਵੀ ਸਟੂਡੈਂਟ ਨੂੰ ਤਦ ਤੱਕ ਯਾਤਰਾ ਨਹੀਂ ਪਲਾਨ ਕਰਨੀ ਚਾਹੀਦੀ ਜਦ ਤੱਕ ਕਿ ਉਹ ਸਾਰੇ ਰਿਕੁਆਇਰਮੈਂਟਸ ਪੂਰੀ ਨਹੀਂ ਕਰਦੇ। ਟਰੈਵਲ ਰਿਸਟ੍ਰਿਕਸ਼ਨਸ ਦੇ ਵਿੱਚ ਜਿਹੜੇ ਬਦਲਾਅ ਹੋਏ ਨੇ ਉਹਨਾਂ ਦੇ ਤਹਿਤ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਇਮੀਡੀਏਟ ਰਿਲੇਟਿਵਸ ਜਾਂ ਫੈਮਿਲੀ ਮੈਂਬਰਸ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਕੈਨੇਡਾ ਜਾ ਸਕਦੇ ਨੇ ਤੇ ਉਹਨਾਂ ਦੇ ਟਰੈਵਲ ਜੇ ਉਹਨਾਂ ਦਾ ਟਰੈਵਲ ਨਾਨ ਡਿਸਕ੍ਰਿਸ਼ਨਰੀ ਹੈਗਾ ਜਾਂ ਨਾਨ ਆਪਸ਼ਨਲ ਹੈਗਾ, ਜਿਹੜੇ ਨਾਲ ਜਾ ਰਹੇ ਪਰਿਵਾਰ ਦੇ ਸਦੱਸਿਆ ਨੇ ਉਹਨਾਂ ਨੂੰ ਟਰੈਵਲ ਕਰਨ ਵਾਸਤੇ ਇੱਕ ਟਰੈਵਲ ਆਥੋਰਾਈਜ਼ੇਸ਼ਨ ਦੀ ਲੋੜ ਹੈਗੀ ਹੈ। ਉਹ ਜਿਹੜੀ ਟਰੈਵਲ ਆਥੋਰਾਈਜ਼ੇਸ਼ਨ ਹੈਗੀ ਹੈ ਉਹ ਤੁਸੀਂ ਆਈਆਰਸੀਸੀ ਦੇ ਕੋਵਿਡ-19 ਐਗਜ਼ੈਂਪਸ਼ਨ ਮੇਲ ਬਾਕਸ ਤੋਂ ਲਿਖ ਕੇ ਮੰਗਵਾ ਸਕਦੇ ਹੋ। ਇਹ ਜਿਹੜਾ ਮੇਲ ਬਾਕਸ ਦਾ ਈਮੇਲ ਐਡਰੈਸ ਹੈਗਾ ਇਹ ਤੁਸੀਂ ਹੁਣ ਸਕਰੀਨ ਤੇ ਵੀ ਦੇਖ ਸਕਦੇ ਹੋ। ਇਸ ਈਮੇਲ ਤੇ ਲਿਖ ਕੇ ਤੁਸੀਂ ਆਪਦੀ ਅਕੰਪਨਿੰਗ ਫੈਮਿਲੀ ਮੈਂਬਰਸ ਦੀ ਟਰੈਵਲ ਐਗਜ਼ੈਂਪਸ਼ਨ ਲਈ ਅਪਲਾਈ ਕਰ ਸਕਦੇ ਹੋ। ਹੁਣ ਇਸ ਸਲਾਈਡ ਦੇ ਵਿੱਚ ਅਸੀਂ ਤੁਹਾਨੂੰ ਇਸ ਗੱਲ ਦੀ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਵੀ ਸਟੂਡੈਂਟਸ ਦਾ ਸਟੱਡੀ ਪਰਮਿਟ ਮਾਰਚ 18 ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਅਪਰੂਵ ਹੋਇਆ ਹੈ ਉਹ ਸਾਰੇ ਹੀ ਕੈਨੇਡਾ ਦੀ ਯਾਤਰਾ ਕਰ ਸਕਦੇ ਨੇ ਜੇਕਰ ਕਿ ਉਹਨਾਂ ਦਾ ਜਿਹੜਾ ਡੀਐਲਆਈ ਹੈਗਾ ਉਹ ਅਪਰੂਵ ਲਿਸਟ ਤੇ ਹੈਗਾ। ਜਿਹੜੀ ਮਾਰਚ 18 ਦੀ ਇੰਪੋਰਟੈਂਟ ਡੇਟ ਸੀਗੀ ਉਹ ਹੁਣ ਅਕਤੂਬਰ 20th ਦੀ ਅਨਾਉਂਸਮੈਂਟ ਤੋਂ ਬਾਅਦ ਜ਼ਰੂਰੀ ਨਹੀਂ ਹੈਗੀ ਹੈ, ਕਿਉਂਕਿ ਜੇ ਤੁਹਾਡਾ ਸਟੱਡੀ ਪਰਮਿਟ ਮਾਰਚ 18 ਤੋਂ ਬਾਅਦ ਵੀ ਅਪਰੂਵ ਹੋਇਆ ਹੈ ਤੇ ਤੁਹਾਡਾ ਡੀਐਲਆਈ ਅਪਰੂਵਡ ਲਿਸਟ ਤੇ ਹੈਗਾ ਤੇ ਤੁਸੀਂ ਇਸ ਵੇਲੇ ਕੈਨੇਡਾ ਜਾ ਸਕਦੇ ਹੋ। ਜੇ ਤੁਹਾਡਾ ਸਟੱਡੀ ਪਰਮਿਟ ਉਸ ਡੀਐਲਆਈ ਵਾਸਤੇ ਹੈਗਾ ਜਿਹੜਾ ਅਪਰੂਵਡ ਲਿਸਟ ਤੇ ਨਹੀਂ ਹੈਗਾ ਤਾਂ ਤੁਹਾਡਾ ਵੀਜ਼ਾ ਇਸ ਵੇਲੇ ਡੀਐਕਟੀਵੇਟ ਕੀਤਾ ਜਾਏਗਾ। ਇਹਦਾ ਮਤਲਬ ਇਹ ਹੈ ਕਿ ਤੁਹਾਨੂੰ 에ਅਰਲਾਈਨ ਵੱਲੋਂ ਜਦੋਂ ਤੁਸੀਂ ਟਰੈਵਲ ਕਰੋਗੇ ਤਾਂ ਇੱਕ ਨੋ ਬੋਰਡਿੰਗ ਦਾ ਮੈਸੇਜ ਮਿਲੇਗਾ। ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ 31 ਜਨਵਰੀ 2021 ਤੱਕ ਜਿਹੜੇ ਵੀ ਤੁਸੀਂ ਐਪਲੀਕੇਸ਼ਨ ਸਬਮਿਟ ਕਰਨੀਆਂ ਨੇ ਉਹ ਸਾਰੀ ਸਿਰਫ ਆਨਲਾਈਨ ਸਬਮਿਟ ਕਰਨੀ ਹੈ। ਪੇਪਰ ਐਪਲੀਕੇਸ਼ਨਸ ਜਨਵਰੀ 31 ਜਨਵਰੀ 31 2021 ਤੱਕ ਅਸੀਂ ਐਕਸੈਪਟ ਨਹੀਂ ਕਰ ਰਹੇ ਹਾਂ। ਸਾਨੂੰ ਪਤਾ ਹੈ ਕਿ ਇਸ ਸਮੇਂ 'ਚ ਤੁਹਾਨੂੰ ਆਪਦੀ ਵੀਜ਼ਾ ਐਪਲੀਕੇਸ਼ਨ ਸਬਮਿਟ ਕਰਨ 'ਚ ਬਹੁਤ ਦਿੱਕਤਾਂ ਆ ਰਹੀਆਂ ਨੇ। ਜਿੱਦਾਂ ਕਿ ਸਾਨੂੰ ਪਤਾ ਹੈ ਕਿ ਜਿਹੜੇ ਪੈਨਲ ਫਿਜ਼ੀਸ਼ੀਅਨਸ ਨੇ ਉਹ ਇਸ ਟਾਈਮ ਤੇ ਲਿਮਿਟਿਡ ਤਰੀਕੇ ਨਾਲ ਕੰਮ ਕਰ ਰਹੇ ਨੇ ਤੇ ਤੁਹਾਡੀ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਹੈ ਉਹ ਡਿਲੇ ਹੋ ਰਿਹਾ ਹੈ। ਤੁਹਾਨੂੰ ਇਹ ਵੀ ਪਤਾ ਹੈ ਕਿ ਬਹੁਤ ਸਾਰੇ ਸਕੂਲਸ ਜਾਂ ਦੂਜੀਆਂ ਸੰਸਥਾਵਾਂ ਲਿਮਿਟਿਡ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਜਿਹਦੇ ਕਰਕੇ ਤੁਹਾਡੀ ਜਿਹੜੀ ਡਾਕੂਮੈਂਟੇਸ਼ਨ ਹੈਗੀ ਹੈ ਉਹ ਡਿਲੇ ਹੋ ਰਹੀ ਹੈ। ਮਗਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕੋਈ ਵੀ ਐਪਲੀਕੇਸ਼ਨ ਇਸ ਕਰਕੇ ਰਿਫਿਊਜ਼ ਨਹੀਂ ਕਰਾਂਗੇ ਕਿ ਤੁਹਾਡੇ ਡਾਕੂਮੈਂਟ ਸਾਨੂੰ ਟਾਈਮ ਤੇ ਨਹੀਂ ਮਿਲੇ, ਬਟ ਤੁਹਾਨੂੰ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਅਸੀਂ ਤੁਹਾਡੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਤਦ ਤੱਕ ਪੂਰੀ ਨਹੀਂ ਕਰ ਸਕਦੇ ਜਦ ਤੱਕ ਸਾਨੂੰ ਤੁਹਾਡੇ ਸਾਰੇ ਡਾਕੂਮੈਂਟਸ ਤੁਸੀਂ ਸਬਮਿਟ ਨਹੀਂ ਕਰ ਦਿੰਦੇ ਹੋ, ਤਦ ਤੱਕ ਤੁਹਾਡੀ ਐਪਲੀਕੇਸ਼ਨ ਤੇ ਕੋਈ ਵੀ ਡਿਸੀਜਨ ਨਹੀਂ ਹੋ ਸਕਦਾ। ਇੱਕ ਗੱਲ ਦਾ ਤੁਸੀਂ ਹੋਰ ਧਿਆਨ ਰੱਖਣਾ ਹੈ ਕਿ ਇਹ ਜਿਹੜੀ ਆਈਆਰਸੀਸੀ ਵੈਬਸਾਈਟ ਦੇ ਉੱਤੇ ਪ੍ਰੋਸੈਸਿੰਗ ਟਾਈਮਸ ਨੇ ਉਹ ਇਸ ਵੇਲੇ ਸਹੀ ਨਹੀਂ ਨੇ, ਕਿਉਂਕਿ ਅਸੀਂ ਉਹਨਾਂ ਐਪਲੀਕੇਸ਼ਨਸ ਨੂੰ ਪਹਿਲਾਂ ਪ੍ਰੋਸੈਸ ਕਰ ਰਹੇ ਹਾਂ ਜਿਹੜੇ ਲੋਕੀ ਇਸ ਟਾਈਮ ਤੇ ਕੈਨੇਡਾ ਜਾ ਸਕਦੇ ਨੇ। ਉਹਨਾਂ ਦੀ ਐਪਲੀਕੇਸ਼ਨਸ ਅਸੀਂ ਹੁਣ ਪਹਿਲਾਂ ਪ੍ਰੋਸੈਸ ਕਰਾਂਗੇ।
ਹੁਣ ਸਾਨੂੰ ਪਤਾ ਹੈ ਕਿ ਇਸ ਟਾਈਮ ਤੇ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰ ਜਾਂ ਵੈਕਸ ਨੇ ਉਹ ਬੰਦ ਨੇ ਤੇ ਉਹਦੇ ਕਰਕੇ ਤੁਸੀਂ ਆਪਦੇ ਜਿਹੜੇ ਬਾਇਓਮੈਟ੍ਰਿਕਸ ਨੇ ਉਹ ਸਬਮਿਟ ਨਹੀਂ ਕਰ ਪਾ ਰਹੇ ਹੋ। ਅਸੀਂ ਹੁਣ ਇੱਕ ਟੂ ਵੇ ਕੋਰੀਅਰ ਸਰਵਿਸ ਸ਼ੁਰੂ ਕੀਤੀ ਹੈ ਜਿਹਦੀ ਫੀਸ 532 ਰੁਪਏ 532 ਰੁਪੀਸ ਇੱਕ ਸਾਈਡ ਦੀ ਹੈਗੀ ਹੈ। ਸਾਨੂੰ ਪਤਾ ਹੈ ਕਿ ਬਹੁਤ ਲੋਕਾਂ ਨੂੰ ਇਸ ਟਾਈਮ ਤੇ ਵੀਜ਼ਾ ਲੈਣ ਦੀ ਜਲਦੀ ਹੈ, ਮਗਰ ਜਦ ਤੱਕ ਤੁਹਾਡੇ ਕੋਲ ਪਾਸਪੋਰਟ ਅਸੀਂ ਨਹੀਂ ਮੰਗਵਾਉਂਦੇ ਤਦ ਤੱਕ ਤੁਸੀਂ ਆਪਣਾ ਪਾਸਪੋਰਟ ਸਾਨੂੰ ਸਬਮਿਟ ਨਾ ਕਰੋ, ਨਹੀਂ ਤਾਂ ਤੁਹਾਨੂੰ ਇਹ ਤੁਹਾਡੇ ਖਰਚੇ ਤੇ ਅਸੀਂ ਮੋੜ ਦਾਂਗੇ ਤੇ ਤੁਹਾਡਾ ਵੀਜ਼ਾ ਜਲਦੀ ਪ੍ਰੋਸੈਸ ਨਹੀਂ ਹੋਏਗਾ ਬਲਕਿ ਹੋਰ ਜ਼ਿਆਦਾ ਡਿਲੇ ਹੋ ਸਕਦਾ ਹੈ। ਤੁਹਾਨੂੰ ਬੇਨਤੀ ਹੈ ਕਿ ਸਾਨੂੰ ਪਾਸਪੋਰਟ ਸਬਮਿਸ਼ਨ ਲੈਟਰ ਵਾਸਤੇ ਵੀ ਬਾਰ-ਬਾਰ ਰਿਕੁਐਸਟ ਨਾ ਭੇਜੋ। ਅਸੀਂ ਇਹ ਲੈਟਰ ਤੁਹਾਨੂੰ ਤੁਹਾਡੇ ਈਮੇਲ ਰਾਹੀਂ ਭੇਜਾਂਗੇ ਤੇ ਜਦੋਂ ਤੁਹਾਨੂੰ ਇਹ ਲੈਟਰ ਰਿਸੀਵ ਹੁੰਦੀ ਹੈ ਉਸ ਤੋਂ ਬਾਅਦ ਹੀ ਤੁਸੀਂ ਆਪਦਾ ਪਾਸਪੋਰਟ ਸਾਨੂੰ ਸਬਮਿਟ ਕਰਨਾ ਹੈ। ਅਸੀਂ ਉਹਨਾਂ ਲੋਕਾਂ ਦੀ ਐਪਲੀਕੇਸ਼ਨਸ ਨੂੰ ਪਹਿਲਾਂ ਪ੍ਰੋਸੈਸ ਕਰਾਂਗੇ ਜਿਹੜੇ ਕਿ ਇਸ ਟਾਈਮ ਤੇ ਕੈਨੇਡਾ ਜਾ ਸਕਦੇ ਨੇ। ਇਹਦਾ ਮਤਲਬ ਇਹ ਹੈ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਡੀਐਲਆਈ ਵਾਸਤੇ ਐਪਲੀਕੇਸ਼ਨ ਲਾਈਆਂ ਨੇ ਜਿਹੜੇ ਕਿ ਅਪਰੂਵਡ ਡੀਐਲਆਈ ਲਿਸਟ ਤੇ ਹੈਗੇ ਆ, ਉਹਨਾਂ ਦੀ ਐਪਲੀਕੇਸ਼ਨਸ ਜਲਦੀ ਪ੍ਰੋਸੈਸ ਹੋਣਗੀਆਂ। ਜੇ ਤੁਹਾਡਾ ਡੀਐਲਆਈ ਅਪਰੂਵਡ ਲਿਸਟ ਤੇ ਨਹੀਂ ਹੈਗਾ ਤੇ ਤੁਹਾਡੀ ਐਪਲੀਕੇਸ਼ਨ ਉਦੋਂ ਹੀ ਪ੍ਰੋਸੈਸ ਕਰਾਂਗੇ ਜੇ ਤੁਹਾਡੀ ਐਪਲੀਕੇਸ਼ਨ ਅਸੀਂ ਰਿਫਿਊਜ਼ ਕਰਨੀ ਹੈ। ਜੇ ਤੁਹਾਡੀ ਐਲੀਜੀਬਿਲਿਟੀ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਪੂਰੀ ਹੁੰਦੀਆਂ ਨੇ ਤੇ ਤੁਹਾਡੀ ਐਪਲੀਕੇਸ਼ਨ ਤਦ ਤੱਕ ਪ੍ਰੋਸੈਸ ਨਹੀਂ ਹੋਊਗੀ ਜਦ ਤੱਕ ਟਰੈਵਲ ਰਿਸਟ੍ਰਿਕਸ਼ਨਸ ਦੇ ਵਿੱਚ ਬਦਲਾਵ ਨਹੀਂ ਆਣਗੇ ਜਾਂ ਟਰੈਵਲ ਰਿਸਟ੍ਰਿਕਸ਼ਨਸ ਹਟ ਨਹੀਂ ਜਾਂਦੀਆਂ ਜਾਂ ਜਿਹੜਾ ਤੁਹਾਡਾ ਡੀਐਲਆਈ ਹੈਗਾ ਉਹ ਅਪਰੂਵਡ ਲਿਸਟ ਤੇ ਨਹੀਂ ਆ ਜਾਂਦਾ। AIP ਹੁਣ ਜਿਹੜਾ ਹੈਗਾ ਉਹ ਉਹਨਾਂ ਐਪਲੀਕੇਸ਼ਨਸ ਨੂੰ ਅਪਲਾਈ ਕਰਦਾ ਹੈ ਜਿਹੜਾ ਕਿ ਸਪਟੈਂਬਰ 15 2020 ਤੋਂ ਪਹਿਲਾਂ ਸਬਮਿਟ ਕੀਤੀਆਂ ਗਈਆਂ ਨੇ ਤੇ 2020 ਦੇ ਇਨਟੇਕ ਵਾਸਤੇ ਨੇ। ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਆਪਦੀ ਐਪਲੀਕੇਸ਼ਨ 2015 ਤੋਂ ਬਾਅਦ ਸਬਮਿਟ ਕੀਤੀ ਹੈ ਜਾਂ ਫਿਰ ਤੁਹਾਡੀ ਐਪਲੀਕੇਸ਼ਨਸ ਉਹਨਾਂ ਇਨਟੇਕਸ ਵਾਸਤੇ ਨੇ ਜਿਹੜੇ 2021 ਦੇ ਵਿੱਚ ਕੋਰਸ ਸਟਾਰਟ ਹੋ ਰਹੇ ਨੇ, ਤਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹਦੇ 'ਚ ਤੁਹਾਨੂੰ AIP ਜਾਂ ਅਪਰੂਵਲ ਇਨ ਪ੍ਰਿੰਸੀਪਲ ਨਹੀਂ ਮਿਲੇਗਾ। AIP ਦਾ ਮਤਲਬ ਹੈ ਕਿ ਤੁਹਾਡੀ ਐਪਲੀਕੇਸ਼ਨ ਦੀ ਐਲੀਜੀਬਿਲਿਟੀ ਦੀ ਅਸੈਸਮੈਂਟ ਹੋਈ ਹੈ ਤੇ ਉਸ ਤੋਂ ਬਾਅਦ ਤੁਹਾਨੂੰ AIP ਅਪਰੂਵਲ ਮਿਲਿਆ ਹੈ। ਨਾ ਤਾਂ ਇਹਦਾ ਕ੍ਰਾਈਟੇਰੀਆ ਚੇਂਜ ਹੋਇਆ ਹੈ, ਨਾ ਤੇ ਇਹਦੀਆਂ ਰਿਕੁਆਇਰਮੈਂਟਸ ਚੇਂਜ ਹੋਈਆਂ ਨੇ। AIP ਦੀ ਜਿਹੜੀ ਰਿਕੁਆਇਰਮੈਂਟਸ ਹੈਗੀਆਂ ਉਹ ਇਹ ਨੇ ਕਿ ਸਭ ਤੋਂ ਪਹਿਲਾਂ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੋ। ਇਹਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਲਾਜ਼ਮੀ ਪੜ੍ਹਾਈ ਕੀਤੀ ਹੈ ਤੇ ਆਪਦੀ ਟ੍ਰਾਂਸਕ੍ਰਿਪਟਸ ਤੇ ਲੈਂਗੁਏਜ ਕੋਰਸ ਸਾਨੂੰ ਸਬਮਿਟ ਕੀਤੇ ਨੇ। ਦੂਜਾ ਇਹ ਹੈ ਕਿ ਤੁਸੀਂ ਇੱਕ ਕੈਨੇਡਾ ਦੇ DLI ਜਾਂ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ ਇਸ਼ੂ ਹੋਈ ਲੈਟਰ ਆਫ ਐਕਸੈਪਟੈਂਸ ਜਾਂ LOI ਸਾਨੂੰ ਸਬਮਿਟ ਕੀਤੀ ਹੈ। ਤੀਜਾ ਕਿ ਤੁਸੀਂ ਜ਼ਰੂਰਤ ਦੇ ਮੁਤਾਬਿਕ ਫੰਡਸ ਜਿਹੜੇ ਤੁਸੀਂ ਆਪਦੀ ਪੜ੍ਹਾਈ ਰਹਿਣ ਤੇ ਟਰਾਂਸਪੋਰਟੇਸ਼ਨ ਵਾਸਤੇ ਪੇ ਕਰੋਗੇ ਉਹ ਸਾਨੂੰ ਫੰਡਸ ਸ਼ੋ ਕੀਤੇ ਹੈ। ਇਹਦੇ ਵਿੱਚ ਤੁਹਾਨੂੰ ਇਹ ਦਿਖਾਣਾ ਹੈ ਕਿ ਪਹਿਲਾ ਸਾਲ ਵਾਸਤੇ ਤੁਹਾਡੇ ਕੋਲ ਲਿਕੁਇਡ ਫੰਡਸ ਨੇ ਤੇ ਬਾਕੀ ਸਾਲਾਂ ਵਾਸਤੇ ਤੁਸੀਂ ਐਕਸਪਲੇਨ ਕਰੋਗੇ ਕਿ ਕਿੱਦਾਂ ਤੁਸੀਂ ਆਪਦਾ ਖਰਚਾ ਕੈਨੇਡਾ ਦੇ ਵਿੱਚ ਉਠਾਓਗੇ ਕੈਨੇਡਾ ਦੇ ਵਿੱਚ ਕੰਮ ਕਰਨ ਤੋਂ ਬਿਨਾਂ। ਚੌਥਾ ਜਿਹੜਾ ਤੁਸੀਂ ਇਹ ਦਿਖਾਣਾ ਹੈ ਕਿ ਤੁਸੀਂ ਆਪਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਕੈਨੇਡਾ ਛੱਡ ਕੇ ਤੁਸੀਂ ਆਪਦੇ ਦੇਸ਼ ਵਾਪਸ ਆਓਗੇ। AIP ਦੀ ਜਿਹੜੀ ਚਿੱਠੀ ਹੈ, ਜਿਹੜੀ ਲੈਟਰ ਹੈ, ਤੁਹਾਨੂੰ ਇਲੈਕਟ੍ਰੋਨਿਕਲੀ ਭੇਜੀ ਜਾਊਗੀ। ਹੋ ਸਕਦਾ ਹੈ ਕਿ ਤੁਹਾਨੂੰ ਬਾਇਓਮੈਟ੍ਰਿਕਸ ਜਾਂ ਮੈਡੀਕਲਸ ਦੀ ਵੀ ਰਿਕੁਐਸਟ ਇਹਦੇ ਨਾਲ ਭੇਜੀ ਜਾਵੇ। ਹੁਣ ਇਹ ਸਲਾਈਡ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤੁਹਾਨੂੰ AIP ਵਾਸਤੇ SDS ਤੇ ਨਾਨ SDS ਕੈਟੇਗਰੀ ਦੇ ਵਿੱਚ ਕਿਹੜੇ-ਕਿਹੜੇ ਡਾਕੂਮੈਂਟਸ ਦੀ ਲੋੜ ਹੈ। ਸਭ ਤੋਂ ਪਹਿਲਾਂ SDS ਕੈਟੇਗਰੀ ਦੇ ਵਿੱਚ ਤੁਹਾਨੂੰ ਚਾਹੀਦੇ ਨੇ ਇੱਕ DLI ਜਾਂ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਵੱਲੋਂ ਇੱਕ ਲੈਟਰ ਆਫ ਐਕਸੈਪਟੈਂਸ। ਦੂਜਾ ਤੁਸੀਂ ਆਪਣਾ IELTS ਦਾ ਸਕੋਰ ਸਬਮਿਟ ਕਰਨਾ ਹੈ ਜਿਹਦੇ ਵਿੱਚ ਸਾਰੇ ਮੋਡਿਊਲਸ ਦੇ ਵਿੱਚ ਘੱਟੋ-ਘੱਟ ਤੁਹਾਨੂੰ 6 ਬੈਂਡ ਚਾਹੀਦੇ ਹੁੰਦੇ ਨੇ। ਤੀਜਾ ਤੁਸੀਂ ਇਹ ਦਿਖਾਣਾ ਹੈ ਕਿ ਤੁਸੀਂ ਆਪਦੇ DLI ਨੂੰ ਫਰਸਟ ਈਅਰ ਦੀ ਟਿਊਸ਼ਨ ਫੀ ਪੇ ਕੀਤੀ ਹੈ। ਚੌਥਾ ਤੁਸੀਂ 10,000 ਕੈਨੇਡੀਅਨ ਡਾਲਰਸ ਦਾ ਜਿਹੜਾ ਇੱਕ GIC ਰਿਸੀਟ ਹੈ ਉਹ ਸਬਮਿਟ ਕਰਨੀ ਹੈ। ਪੰਜਵਾਂ ਤੁਸੀਂ ਆਪਦੇ ਸਭ ਤੋਂ ਲੇਟੈਸਟ ਟ੍ਰਾਂਸਕ੍ਰਿਪਟਸ ਸਾਨੂੰ ਸਬਮਿਟ ਕਰਨੀਆਂ ਨੇ ਤੇ ਜਿਹੜੇ ਸਟੂਡੈਂਟਸ ਕਿਊਬੈਕ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਕ CAQ ਦੀ ਲੋੜ ਪੈਂਦੀ ਹੈ। ਨਾਨ SDS ਸਟਰੀਮ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ ਇੱਕ ਲੈਟਰ ਆਫ ਐਕਸੈਪਟੈਂਸ ਸਬਮਿਟ ਕਰਨੀ ਹੈ। ਦੂਜਾ ਤੁਸੀਂ ਸਾਨੂੰ ਆਪਦਾ IELTS, TOEFL ਜਾਂ PTE ਦਾ ਸਕੋਰ ਸਬਮਿਟ ਕਰ ਸਕਦੇ ਹੋ।
ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ IRCC ਕਿਸੇ ਵੀ ਆਨਲਾਈਨ ਲੈਂਗੁਏਜ ਟੈਸਟ ਦਾ ਰਿਜ਼ਲਟ ਸਵੀਕਾਰ ਨਹੀਂ ਕਰਦੀ। ਤੀਜਾ, ਤੁਸੀਂ ਆਪਦੇ ਡਾਕੂਮੈਂਟਸ ਰਾਹੀਂ ਇਹ ਸ਼ੋ ਕਰਨਾ ਹੈ ਕਿ ਤੁਹਾਡੇ ਕੋਲ ਕੈਨੇਡਾ ਦੇ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਤੇ ਪਹਿਲੇ ਸਾਲ ਦੀ ਪੜ੍ਹਾਈ, ਰਹਿਣਾ ਤੇ ਟਰਾਂਸਪੋਰਟੇਸ਼ਨ ਵਾਸਤੇ ਲਿਕੁਇਡ ਫੰਡਸ ਨੇ, ਤੇ ਨਾਲ ਹੀ ਤੁਸੀਂ ਐਕਸਪਲੇਨੇਸ਼ਨ ਤੇ ਡਾਕੂਮੈਂਟਸ ਰਾਹੀਂ ਇਹ ਸ਼ੋ ਕਰਨਾ ਹੈ ਕਿ ਤੁਸੀਂ ਬਾਕੀ ਸਾਲਾਂ ਦੀ ਪੜ੍ਹਾਈ, ਰਹਿਣ ਦਾ ਖਰਚਾ ਬਿਨਾਂ ਕੈਨੇਡਾ ਦੇ ਵਿੱਚ ਕੰਮ ਕਰਕੇ ਕਿੱਦਾਂ ਉਠਾਓਗੇ। ਚੌਥਾ, ਤੁਸੀਂ ਆਪਦੀ ਸਭ ਤੋਂ ਲੇਟੈਸਟ ਟ੍ਰਾਂਸਕ੍ਰਿਪਟ ਸਬਮਿਟ ਕਰਨੀਆਂ ਨੇ। ਤੇ ਛਠਾ, ਜਿਹੜਾ ਕਿ ਸਟੂਡੈਂਟਸ ਕਿਊਬੈਕ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇੱਕ CAQ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹ ਸਲਾਹ ਦੇਵਾਂਗੇ ਕਿ ਤੁਸੀਂ ਆਪਦੀ ਐਪਲੀਕੇਸ਼ਨ ਦੇ ਨਾਲ ਇੱਕ ਸਟੇਟਮੈਂਟ ਆਫ ਪਰਪਸ ਸਾਨੂੰ ਜ਼ਰੂਰ ਸਬਮਿਟ ਕਰੋ। ਹੁਣ ਐਡਮਿਸਿਬਿਲਿਟੀ ਦੀ ਅਸੈਸਮੈਂਟ ਸੈਕੰਡ ਸਟੇਜ ਦੇ ਵਿੱਚ ਹੁੰਦੀ ਹੈ। ਇਹ AIP ਤੋਂ ਬਾਅਦ ਤੇ ਵੀਜ਼ਾ ਇਸ਼ੂ ਹੋਣ ਤੋਂ ਪਹਿਲਾਂ ਹੁੰਦੀ ਹੈ। ਐਡਮਿਸਿਬਿਲਿਟੀ ਅਸੈਸਮੈਂਟ ਦਾ ਮਤਲਬ ਹੈ ਕਿ ਤੁਸੀਂ ਆਪਦੇ ਸਾਨੂੰ ਬਾਇਓਮੈਟ੍ਰਿਕਸ ਪ੍ਰੋਵਾਈਡ ਕਰਨੇ ਨੇ। ਦੂਜਾ, ਆਪਣਾ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਪੂਰਾ ਕਰਨਾ ਹੈ। ਤੀਜਾ, ਸਾਰੇ ਸਵਾਲਾਂ ਦਾ ਜਵਾਬ ਤੁਸੀਂ ਸਾਨੂੰ ਸਹੀ ਤੇ ਸੱਚਾਈ ਨਾਲ ਦੇਣਾ ਹੈ, ਜਿਹਦੇ ਵਿੱਚ ਤੁਸੀਂ ਆਪਦੇ ਸਾਰੇ ਪਿਛਲੇ ਵੀਜ਼ਾ ਰਿਫਿਊਜ਼ਲਸ ਬਾਰੇ ਦੱਸਣਾ ਹੈ ਤੇ ਪਿਛਲੇ 10 ਸਾਲਾਂ ਦੀ ਬੈਕਗ੍ਰਾਉਂਡ ਹਿਸਟਰੀ ਬਾਰੇ ਸਾਨੂੰ ਦੱਸਣਾ ਹੈ। ਜੇ ਤੁਹਾਡੀ ਕੋਈ ਵੀ ਪੁਰਾਣੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਜਾਂ ਤੁਸੀਂ ਕਦੇ ਅਰੈਸਟ ਹੋਏ ਹੋ ਤਾਂ ਇਹਦੇ ਬਾਰੇ ਤੁਸੀਂ ਸਾਨੂੰ ਸੱਚਾਈ ਨਾਲ ਦੱਸਣਾ ਹੈ। ਚੌਥਾ, ਤੁਸੀਂ ਧਿਆਨ ਰੱਖਣਾ ਹੈ ਕਿ ਤੁਸੀਂ ਸਿਰਫ ਸੱਚੇ ਤੇ ਆਥੈਂਟਿਕ ਡਾਕੂਮੈਂਟਸ ਸਾਨੂੰ ਸਬਮਿਟ ਕਰੋ। ਜੇ ਤੁਹਾਡੀ ਸਾਰੀ ਐਡਮਿਸਿਬਿਲਿਟੀ ਦੀ ਰਿਕੁਆਇਰਮੈਂਟਸ ਪੂਰੀ ਵੀ ਹੁੰਦੀਆਂ ਨੇ, ਅਸੀਂ ਤੁਹਾਨੂੰ ਇਹ ਬਾਰ-ਬਾਰ ਦੱਸ ਰਹੇ ਹਾਂ ਕਿ ਅਸੀਂ ਸਿਰਫ ਉਹੀ ਐਪਲੀਕੇਸ਼ਨਸ ਇਸ ਟਾਈਮ ਤੇ ਫਾਈਨਲ ਕਰਾਂਗੇ ਜਿਹੜੀ ਉਹਨਾਂ DLIs ਵਾਸਤੇ ਨੇ ਜਿਹੜੇ ਕਿ ਅਪਰੂਵਡ ਲਿਸਟ ਤੇ ਹੈਗੀਆਂ। ਜਿਹੜੀ ਐਪਲੀਕੇਸ਼ਨਸ ਉਹਨਾਂ ਇੰਸਟੀਟਿਊਟਸ ਲਈ ਨੇ ਜਿਹੜੇ DLI ਲਿਸਟ ਤੇ ਇਸ ਵੇਲੇ ਨਹੀਂ ਨੇ, ਉਹ ਸਾਰੀ ਅਸੀਂ ਇਸ ਵੇਲੇ ਹੋਲਡ ਤੇ ਪਾਵਾਂਗੇ। ਹੁਣ ਜਦ ਤੱਕ ਤੁਹਾਡੀਆਂ ਜਿਹੜੀ ਕਲਾਸਾਂ ਨੇ ਉਹ ਆਨਲਾਈਨ ਚੱਲ ਰਹੀਆਂ ਨੇ, ਤੁਸੀਂ ਆਪਦੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਹੈ। ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਦੇ, ਜੇ ਤੁਹਾਡਾ DLI ਆਨਲਾਈਨ ਕਲਾਸਾਂ ਪ੍ਰੋਵਾਈਡ ਕਰ ਰਿਹਾ ਹੈ ਤਾਂ ਤੁਹਾਨੂੰ ਉਹ ਕਲਾਸਾਂ ਲਾਉਣੀਆਂ ਜ਼ਰੂਰੀ ਨੇ। ਦੂਜਾ, ਤੁਸੀਂ ਆਪਦੇ DLI ਦੇ ਵਿੱਚ ਕਨਸਟੈਂਟਲੀ ਐਨਰੋਲਡ ਰਹਿਣਾ ਹੈ। ਜੇ ਤੁਹਾਡਾ DLI ਪਰਮਾਨੈਂਟਲੀ ਬੰਦ ਹੁੰਦਾ ਹੈ ਤਾਂ ਤੁਹਾਡੇ ਕੋਲ 150 ਦਿਨ ਨੇ, 150 ਡੇਜ਼ ਨੇ, ਜਿਹਦੇ 'ਚ ਤੁਸੀਂ ਇੱਕ ਨਵੇਂ DLI ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਜਾਂ ਆਪਣਾ ਸਟੇਟਸ ਵਿਜ਼ਟਰ ਜਾਂ ਵਰਕਰ ਦੇ ਵਿੱਚ ਬਦਲ ਸਕਦੇ ਹੋ ਜਾਂ ਤੁਸੀਂ ਕੈਨੇਡਾ ਛੱਡ ਵੀ ਸਕਦੇ ਹੋ। ਹੁਣ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਕੈਨੇਡਾ ਦੇ ਵਿੱਚ ਕੰਮ ਕਰਨ ਦੇ ਬਾਰੇ ਜਿਨ੍ਹਾਂ ਦੇ ਕੁਐਸਚਨਸ ਨੇ, ਸਵਾਲ ਨੇ, ਤੇ ਜਿਹੜਾ ਇਹ PGWP ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ, ਇਹ ਇੰਨਾ ਮਹੱਤਵਪੂਰਨ ਸਟੂਡੈਂਟਸ ਵਾਸਤੇ ਕਿਉਂ ਹੈ? ਉਹ ਇਸ ਕਰਕੇ ਹੈ ਕਿ ਜਿਹੜਾ ਵਰਕ ਐਕਸਪੀਰੀਅੰਸ ਦੇ ਨਾਲ ਤੁਸੀਂ ਆਪਦੀ ਲੈਂਗੁਏਜ ਸਕਿੱਲਸ ਜਿਹੜੀ ਹੈਗੀ ਹੈ ਉਹਨਾਂ ਨੂੰ ਵਧਾ ਸਕਦੇ ਹੋ। ਤੇ ਕੈਨੇਡਾ ਦੇ ਵਿੱਚ PR ਵਾਸਤੇ ਜਿਹੜੇ ਤੁਹਾਨੂੰ ਵਰਕ ਐਕਸਪੀਰੀਅੰਸ ਦੀ ਲੋੜ ਹੁੰਦੀ ਹੈ, ਉਹ ਇਹ PGWP ਤੁਹਾਨੂੰ ਪ੍ਰੋਵਾਈਡ ਕਰਾਉਂਦਾ ਹੈ। ਜੇ ਕੈਨੇਡਾ ਦੇ ਵਿੱਚ ਪੜ੍ਹਾਈ ਤੇ ਕੰਮ ਕਰਨ ਤੋਂ ਬਾਅਦ ਤੁਸੀਂ ਆਪਦੀ ਕੰਟਰੀ 'ਚ ਵਾਪਸ ਵੀ ਆ ਜਾਂਦੇ ਹੋ ਤਾਂ ਉੱਥੋਂ ਦਾ ਜਿਹੜਾ ਵਰਕ ਐਕਸਪੀਰੀਅੰਸ ਹੈ ਉਹ ਤੁਹਾਡੀ ਸਕਿੱਲਸ ਤੇ ਨੌਲੇਜ ਨੂੰ ਵਧਾਉਣ 'ਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦਾ ਹੈ। 3 ਸਾਲਾਂ ਦਾ PGWP ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਤੁਹਾਨੂੰ ਇੱਕ ਐਲੀਜੀਬਲ ਪ੍ਰੋਗਰਾਮ ਦੇ ਵਿੱਚ ਘੱਟੋ ਘੱਟ 2 ਸਾਲਾਂ ਦੀ ਪੋਸਟ ਸੈਕੰਡਰੀ ਪੜ੍ਹਾਈ ਦੀ ਲੋੜ ਹੁੰਦੀ ਹੈ। ਤੁਸੀਂ ਇੱਕ ਤੋਂ ਜ਼ਿਆਦਾ ਪ੍ਰੋਗਰਾਮਸ ਨੂੰ ਵੀ ਕੰਬਾਈਨ ਕਰ ਸਕਦੇ ਹੋ ਜੇ ਤੁਹਾਡੇ ਸਾਰੇ ਪ੍ਰੋਗਰਾਮਸ PGWP ਐਲੀਜੀਬਲ ਨੇ ਤੇ ਘੱਟੋ ਘੱਟ 8 ਮਹੀਨੇ ਦੇ ਕੋਰਸ ਨੇ। ਇਸ ਸਲਾਈਡ ਦੇ ਵਿੱਚ ਅਸੀਂ PGWP ਦੇ ਨਵੇਂ ਇੰਟਰੋਡਿਊਸ ਹੋਏ ਰੂਲਸ ਬਾਰੇ ਡਿਸਕਸ ਕਰਾਂਗੇ। ਜੇ ਤੁਸੀਂ ਇਸ ਟਾਈਮ ਤੇ ਕੈਨੇਡਾ ਟਰੈਵਲ ਨਹੀਂ ਕਰ ਸਕਦੇ ਤਾਂ ਤੁਹਾਡੀ ਆਨਲਾਈਨ ਕੀਤੀ ਹੋਈ ਪੜ੍ਹਾਈ ਤੁਹਾਡੇ PGWP ਵਾਸਤੇ ਕਾਊਂਟ ਹੋਊਗੀ। ਜੇ ਤੁਹਾਡੇ ਕੋਲ ਆਲਰੇਡੀ ਇੱਕ ਸਟੱਡੀ ਪਰਮਿਟ ਹੈਗਾ ਜਾਂ ਤੁਸੀਂ ਸਟੱਡੀ ਪਰਮਿਟ ਵਾਸਤੇ ਅਪਰੂਵ ਹੋ ਚੁੱਕੇ ਹੋ ਜਾਂ ਫਿਰ ਤੁਸੀਂ ਜਨਵਰੀ 2021 ਦੇ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਸਟੱਡੀ ਪਰਮਿਟ ਅਪਲਾਈ ਕੀਤਾ ਹੈਗਾ। ਜੇ ਤੁਸੀਂ ਇਹਨਾਂ ਸਿਚੁਏਸ਼ਨਸ ਦੇ ਵਿੱਚ ਫਾਲ ਕਰਦੇ ਹੋ ਤਾਂ ਤੁਸੀਂ ਆਪਣਾ 100% ਸਟੱਡੀ ਪ੍ਰੋਗਰਾਮ ਆਨਲਾਈਨ ਕਰ ਸਕਦੇ ਹੋ। ਜੇ ਤੁਹਾਡੇ ਪ੍ਰੋਗਰਾਮ ਦੀ ਲੈਂਥ 8 ਤੋਂ 12 ਮਹੀਨਿਆਂ ਦੇ ਵਿੱਚ ਹੈਗੀ ਹੈ ਤੇ ਤੁਸੀਂ ਆਪਦਾ ਸਟੱਡੀ ਪ੍ਰੋਗਰਾਮ ਮਈ ਤੇ ਸਪਟੈਂਬਰ 2020 ਦੇ ਵਿੱਚ ਸ਼ੁਰੂ ਕੀਤਾ ਹੈ।
ਹੁਣ April 30, 2021 ਤੱਕ ਤੁਸੀਂ ਆਪਦਾ 50% ਜਾਂ 50% ਤੱਕ ਸਟੱਡੀ ਪ੍ਰੋਗਰਾਮ ਆਨਲਾਈਨ ਕੰਪਲੀਟ ਕਰ ਸਕਦੇ ਹੋ। ਜੇ ਕਰਕੇ ਤੁਸੀਂ ਆਪਦਾ ਬਾਕੀ ਬਚਿਆ ਹੋਇਆ 50% ਜਾਂ 50% ਪ੍ਰੋਗਰਾਮ ਕੈਨੇਡਾ ਦੇ ਵਿੱਚ ਕੰਪਲੀਟ ਕਰਦੇ ਹੋ। ਇਹਦੇ ਨਾਲ ਤੁਸੀਂ April 30, 2021 ਤੱਕ ਆਪਣਾ 50% ਪ੍ਰੋਗਰਾਮ ਕੈਨੇਡਾ ਤੋਂ ਬਾਹਰ ਆਨਲਾਈਨ ਕਰ ਸਕਦੇ ਹੋ। ਜੇ ਤੁਸੀਂ 2 ਸਾਲਾਂ ਦੇ ਅੰਦਰ 2 ਅਲੱਗ-ਅਲੱਗ ਪ੍ਰੋਗਰਾਮ ਤੋਂ ਗ੍ਰੈਜੂਏਟ ਕਰਦੇ ਹੋ ਤੇ ਹਰ ਇੱਕ ਪ੍ਰੋਗਰਾਮ ਦੀ ਲੈਂਥ ਘੱਟੋ ਘੱਟ 8 ਤੋਂ 8 ਮਹੀਨੇ ਹੈਗੀ ਹੈ ਤੇ ਐਟਲੀਸਟ ਇੱਕ ਪ੍ਰੋਗਰਾਮ ਮਈ ਤੇ ਸਪਟੈਂਬਰ 2020 ਦੇ ਵਿੱਚ ਸ਼ੁਰੂ ਹੋਇਆ ਤੇ ਦੋਨਾਂ ਪ੍ਰੋਗਰਾਮਸ ਨੂੰ ਕੰਬਾਈਨ ਕਰਕੇ ਤੁਸੀਂ ਘੱਟੋ ਘੱਟ 50% ਜਾਂ 50% ਪੜ੍ਹਾਈ ਕੈਨੇਡਾ ਦੇ ਵਿੱਚ ਕਰਦੇ ਹੋ। ਇਹਦਾ ਮਤਲਬ ਇਹ ਹੈ ਕਿ ਤੁਸੀਂ 1 ਸਾਲ ਦਾ ਪ੍ਰੋਗਰਾਮ ਕੈਨੇਡਾ ਤੋਂ ਬਾਹਰ ਆਨਲਾਈਨ ਕਰ ਸਕਦੇ ਹੋ ਤੇ 1 ਸਾਲ ਦਾ ਪ੍ਰੋਗਰਾਮ ਕੈਨੇਡਾ ਦੇ ਵਿੱਚ ਜਾ ਕੇ ਕੰਪਲੀਟ ਕਰ ਸਕਦੇ ਹੋ ਤੇ ਇਹ ਦੋਵੇਂ ਪ੍ਰੋਗਰਾਮਸ ਤੁਹਾਨੂੰ ਮੈਕਸਿਮਮ ਜਿਹੜਾ PGWP ਟਾਈਮ ਲਈ ਐਲੀਜੀਬਲ ਬਣਾ ਸਕਦਾ ਹੈ। ਇਹ ਸੈਕਸ਼ਨ ਉਹਨਾਂ ਸਟੂਡੈਂਟਸ ਵਾਸਤੇ ਹੈਗਾ ਜਿਹੜਾ ਆਲਰੇਡੀ ਕੈਨੇਡਾ ਦੇ ਵਿੱਚ ਨੇ। ਜੇ ਕਿਸੇ ਸਟੂਡੈਂਟ ਨੂੰ ਆਪਦਾ ਪ੍ਰੋਗਰਾਮ ਫੁੱਲ ਟਾਈਮ ਤੋਂ ਪਾਰਟ ਟਾਈਮ ਸ਼ਿਫਟ ਕਰਨਾ ਪੈ ਗਿਆ ਹੈ ਤਾਂ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੋਈ ਰੁਕਾਵਟ ਜਾਂ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੋਈ ਰੁਕਾਵਟ ਆ ਗਈ ਹੈ ਤੇ ਉਹ ਆਪਦੇ ਕੰਮ ਕੰਟੀਨਿਊ ਕਰ ਸਕਦੇ ਨੇ ਜੇ ਉਹ COVID-19 ਤੋਂ ਪਹਿਲਾਂ ਫੁੱਲ ਟਾਈਮ ਸਟੂਡੈਂਟ ਸੀਗੇ ਜਾਂ ਔਨ ਐਂਡ ਆਫ ਕੈਂਪਸ ਕੰਮ ਕਰਨ ਲਈ ਆਥੋਰਾਈਜ਼ ਸੀਗੇ। ਐਕੈਡਮਿਕ ਸੈਸ਼ਨ ਦੇ ਦੌਰਾਨ ਜਿਹੜੇ ਆਫ ਕੈਂਪਸ ਕੰਮ ਕਰਨ ਦੀ ਲਿਮਿਟ ਹੈ ਉਹ 20 ਘੰਟੇ ਪਰ ਵੀਕ ਪਰ ਹਫਤਾ ਹੈਗੀ ਹੈ ਤੇ ਰੈਗੂਲਰ ਐਕੈਡਮਿਕ ਬ੍ਰੇਕਸ ਦੇ ਦੌਰਾਨ ਤੁਸੀਂ ਫੁੱਲ ਟਾਈਮ ਵੀ ਕੰਮ ਕਰ ਸਕਦੇ ਹੋ। ਹੁਣ ਜੇ ਤੁਸੀਂ ਕੈਨੇਡਾ ਦੇ ਵਿੱਚ ਪੜ੍ਹਾਈ ਕਰਦੇ ਹੋ ਤੇ ਤੁਸੀਂ ਅੱਗੇ ਜਾ ਕੇ ਕੈਨੇਡਾ ਦੀ ਪਰਮਨੈਂਟ ਰੈਜ਼ੀਡੈਂਸੀ ਲਈ ਵੀ ਅਪਲਾਈ ਕਰ ਸਕਦੇ ਹੋ। ਇਹਦੇ ਵਾਸਤੇ ਤੁਹਾਨੂੰ ਆਪਣੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਆਨਲਾਈਨ ਸਿਸਟਮ ਦੇ ਵਿੱਚ ਬਣਾਉਣੀ ਪੈਣੀ ਹੈ। ਇਹਦੇ ਨਾਲ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਡੀ ਪੜ੍ਹਾਈ ਵਰਕ ਦਾ ਐਕਸਪੀਰੀਅੰਸ ਇੰਗਲਿਸ਼ ਜਾਂ ਫ੍ਰੈਂਚ ਬੋਲਣ ਦੀ ਸ਼ਮਤਾ ਦੇ ਆਧਾਰ ਤੇ ਕਿੰਨੇ ਕੰਪਰੀਹੈਂਸਿਵ ਰੈਂਕਿੰਗ ਪੁਆਇੰਟਸ ਤੁਹਾਡੇ ਬਣਦੇ ਨੇ। ਜਿਹੜੇ ਕੈਂਡੀਡੇਟਸ ਦੇ ਵੱਧ ਤੋਂ ਵੱਧ ਨੰਬਰ ਹੁੰਦੇ ਨੇ IRCC ਉਹਨਾਂ ਨੂੰ ਰੈਜ਼ੀਡੈਂਸੀ ਵਾਸਤੇ ਅਪਲਾਈ ਕਰਨ ਲਈ ਇਨਵਾਈਟ ਕਰਦਾ ਹੈ। ਤੁਹਾਡੇ ਕੋਲ ਪਰਮਾਨੈਂਟਲੀ ਕੈਨੇਡਾ ਇਮੀਗ੍ਰੇਟ ਕਰਨ ਲਈ ਕੁਝ ਹੋਰ ਤਰੀਕੇ ਵੀ ਨੇ ਜਿੱਦਾਂ ਕਿ ਬਹੁਤ ਸਾਰੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਹੁਣ ਜਦੋਂ ਤੁਸੀਂ ਕੈਨੇਡਾ ਪਹੁੰਚਦੇ ਹੋ ਤੇ ਤੁਹਾਡਾ ਇੱਕ ਹੈਲਥ ਚੈੱਕਅਪ ਕੀਤਾ ਜਾਂਦਾ ਹੈ। ਇਹ ਸਾਰੇ ਪੈਸੇਂਜਰਸ ਵਾਸਤੇ ਜ਼ਰੂਰੀ ਹੈ ਕਿ ਉਹ ਕੈਨੇਡਾ ਪਹੁੰਚ ਕੇ ਘੱਟੋ ਘੱਟ 14 ਦਿਨਾਂ ਦਾ ਸੈਲਫ ਕੁਆਰੰਟੀਨ ਕਰਨ। ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਇੱਕ 14 ਦਿਨਾਂ ਦਾ ਕੁਆਰੰਟੀਨ ਪਲਾਨ ਹੋਣਾ ਬਹੁਤ ਜ਼ਰੂਰੀ ਹੈ। ਤੁਹਾਨੂੰ 에ਅਰਪੋਰਟ ਤੇ ਇਸ ਚੀਜ਼ ਦਾ ਵਿਸ਼ਵਾਸ ਦਿਲਾਉਣਾ ਪੈਣਾ ਹੈ ਕਿ ਤੁਹਾਡੇ 14 ਦਿਨਾਂ ਵਾਸਤੇ ਕੁਆਰੰਟੀਨ ਕਰਨ ਲਈ ਇੱਕ ਜਗ੍ਹਾ ਤੁਹਾਡੇ ਕੋਲ ਹੈਗੀ ਹੈ ਤੇ ਉਸ ਜਗ੍ਹਾ ਤੇ ਜੇ ਹੋਰ ਲੋਕੀ ਰਹਿੰਦੇ ਨੇ ਤੇ ਤੁਸੀਂ ਕਿੱਦਾਂ ਉਹਨਾਂ ਤੋਂ ਅੱਡ ਰਹੋਗੇ। ਤੀਜਾ ਤੁਸੀਂ ਤੁਹਾਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਕੁਆਰੰਟੀਨ ਦੇ ਸਮੇਂ ਤੁਸੀਂ ਆਪਣਾ ਰਹਿਣ ਖਾਣ ਦਾ ਜਾਂ ਹੋਰ ਇੰਤਜ਼ਾਮ ਕਿੱਦਾਂ ਕਰੋਗੇ। ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਬਿਨਾਂ ਕੁਆਰੰਟੀਨ ਪਲਾਨ ਦੇ ਤੁਸੀਂ ਕੈਨੇਡਾ ਨਾ ਜਾਓ। ਜੇ ਤੁਸੀਂ ਇਹਨਾਂ ਸ਼ਰਤਾਂ ਨੂੰ ਨਹੀਂ ਮੰਨਦੇ ਤਾਂ ਤੁਹਾਨੂੰ 7.5 ਲੱਖ ਕੈਨੇਡੀਅਨ ਡਾਲਰਸ ਦਾ ਫਾਈਨ ਹੋ ਸਕਦਾ ਹੈ। ਨਾਲ ਤੁਹਾਨੂੰ 6 ਮਹੀਨੇ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਤੇ 1 ਸਾਲ ਵਾਸਤੇ ਤੁਹਾਡੀ ਕੈਨੇਡਾ ਦੇ ਵਿੱਚ ਐਂਟਰੀ ਬੈਨ ਵੀ ਹੋ ਸਕਦੀ ਹੈ। ਹੁਣ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਬਾਰੇ ਗੱਲ ਕਰਾਂਗੇ ਜਿਹਦੇ ਬਾਰੇ ਅਸੀਂ ਪਹਿਲਾਂ ਵੀ ਤੁਹਾਨੂੰ ਮੈਂਸ਼ਨ ਕੀਤਾ ਸੀ ਤੇ ਉਹ ਹੈਗਾ ਇਮੀਗ੍ਰੇਸ਼ਨ ਫਰਾਡ। ਜਿਹੜਾ ਤੁਸੀਂ ਸਕਰੀਨ ਤੇ QR ਕੋਡ ਦੇਖ ਸਕਦੇ ਹੋ ਇਹ ਤੁਸੀਂ ਜਿੱਦਾਂ ਮੈਂ ਬੋਲ ਰਿਹਾ ਤੁਸੀਂ QR ਕੋਡ ਨੂੰ ਸਕੈਨ ਕਰ ਸਕਦੇ ਹੋ ਤੇ ICCRC ਬਾਰੇ ਤੁਹਾਨੂੰ ਇਸ ਕੋਡ ਨੂੰ ਸਕੈਨ ਕਰਕੇ ਹੋਰ ਜਾਣਕਾਰੀ ਮਿਲੇਗੀ। ਪੰਜਾਬ ਦੇ ਵਿੱਚ ਸਾਨੂੰ ਖਾਸ ਕਰਕੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਫਰਾਡ ਦੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਜਿਹੜੇ ਏਜੰਟਸ ਨੇ ਉਹ ਪੰਜਾਬ ਦੇ ਵਿੱਚ ਬੱਚਿਆਂ ਨੂੰ ਐਡਵਰਟਾਈਜ਼ ਕਰਕੇ ਭਰੋਸਾ ਦਿਲਾਉਂਦੇ ਨੇ ਕਿ ਉਹਨਾਂ ਨੂੰ ਅਸ਼ੋਰਡ ਵੀਜ਼ਾ ਮਿਲੇਗਾ। ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖੋ, ਪ੍ਰੋਟੈਕਟਡ ਰੱਖੋ। ਕਿਸੇ ਵੀ ਵੀਜ਼ਾ ਏਜੰਟ ਜਾਂ ਕਿਸੇ ਵੀ ਰਿਪਰੈਜ਼ੈਂਟੇਟਿਵ ਦੀ ਤੁਸੀਂ ਇਹ ਗੱਲ ਕਦੇ ਨਹੀਂ ਮੰਨਣੀ ਜੇ ਉਹ ਕਹਿੰਦੇ ਆ ਕਿ ਉਹ 100% ਗਾਰੰਟੀ ਨਾਲ ਤੁਹਾਨੂੰ ਵੀਜ਼ਾ ਦਿਲਾ ਸਕਦੇ ਹੈ। ਹਰ ਜਿਹੜੀ ਫਾਈਲ ਹੈਗੀ ਹੈ ਉਹ ਇੱਕ ਇਮੀਗ੍ਰੇਸ਼ਨ ਆਫਿਸਰ ਉਸ ਫਾਈਲ ਦੀ ਮੈਰਿਟਸ ਦੇ ਹਿਸਾਬ ਨਾਲ ਡਿਸਾਈਡ ਕਰਦਾ ਹੈ। ਕੋਈ ਵੀ ਤੁਹਾਨੂੰ ਵੀਜ਼ਾ ਦੇਣ ਦੀ ਅਸ਼ੋਰੈਂਸ ਨਹੀਂ ਦੇ ਸਕਦਾ। ਜੇ ਉਹ ਤੁਹਾਨੂੰ ਇਹ ਅਸ਼ੋਰੈਂਸ ਦਿੰਦੇ ਨੇ ਤੇ ਉਹ ਝੂਠ ਬੋਲ ਰਹੇ ਆ। ਤੁਸੀਂ ਉਹਨਾਂ ਨੂੰ
ਉਹਨਾਂ ਦੀ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਹੈ। ਦੂਜੀ ਗੱਲ ਇਹ ਹੈ ਕਿ ਤੁਸੀਂ ਆਪਦੀ ਜਿਹੜੀ ਪਰਸਨਲ ਇਨਫੋਰਮੇਸ਼ਨ ਹੈ ਉਹ ਕਦੇ ਵੀ ਅਨਆਥੋਰਾਈਜ਼ਡ ਜਿਹੜੇ ਏਜੰਟਸ ਨੇ ਉਹਨਾਂ ਨਾਲ ਤੁਹਾਨੂੰ ਨਹੀਂ ਸ਼ੇਅਰ ਕਰਨੀ ਚਾਹੀਦੀ। ਦੂਜਾ ਜਿਹੜਾ ਹੈਗਾ ਉਹ ਹੈਗੇ ਹੈ ਵੈਬਸਾਈਟਸ ਰਿਲੇਟਡ ਸਕੈਮਸ, ਤੇ ਤੀਜੇ ਹੈਗੇ ਈਮੇਲ ਰਿਲੇਟਡ ਸਕੈਮਸ। ਬਹੁਤ ਸਾਰੀ ਵੈਬਸਾਈਟਸ ਇਦਾਂ ਦੀ ਨੇ ਜਿਹੜੇ ਦੇਖਣ ਨੂੰ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟਸ ਲੱਗਦੀਆਂ ਨੇ, ਬਟ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇਸ ਵੈਬਸਾਈਟ ਦੇ ਜਿਹੜੇ ਸਕੈਮਸ ਨੇ ਉਹਨਾਂ ਦਾ ਸ਼ਿਕਾਰ ਨਹੀਂ ਹੋਣਾ। ਈਮੇਲ ਰਾਹੀਂ ਵੀ ਬਹੁਤ ਸਾਰੇ ਸਕੈਮਸ ਹੁੰਦੇ ਨੇ ਜਿਹਦੇ 'ਚ ਤੁਹਾਨੂੰ ਨੌਕਰੀਆਂ ਦੇ ਆਫਰ ਮਿਲਦੇ ਨੇ, ਤੇ ਬਹੁਤ ਸਾਰੀ ਈਮੇਲਸ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਇਸ ਖਾਤੇ 'ਚ ਇੰਨੇ ਪੈਸੇ ਜਮ੍ਹਾਂ ਕਰਾਓ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ IRCC ਤੇ ਗਵਰਨਮੈਂਟ ਆਫ ਕੈਨੇਡਾ ਕਦੇ ਵੀ ਤੁਹਾਨੂੰ ਕਿਸੇ ਹੌਟਮੇਲ ਜਾਂ ਜੀਮੇਲ ਵਰਗੇ ਐਡਰੈਸ ਤੋਂ ਈਮੇਲ ਨਹੀਂ ਕਰੂਗਾ। ਸਾਡੇ ਜਿਹੜੇ ਐਡਰੈਸਿਸ ਨੇ ਉਹ .gc.ca ਜਾਂ canada.ca ਦੇ ਵਿੱਚ ਖਤਮ ਹੁੰਦੇ ਨੇ, ਤੇ ਕੋਈ ਵੀ ਜਿਹੜੀ ਆਫੀਸ਼ੀਅਲ ਈਮੇਲ ਤੁਹਾਨੂੰ ਗਵਰਨਮੈਂਟ ਆਫ ਕੈਨੇਡਾ ਜਾਂ IRCC ਤੋਂ ਆਊਗੀ ਉਹ ਕਿਸੇ ਵੀ ਪ੍ਰਾਈਵੇਟ ਅਕਾਊਂਟ ਦੇ ਵਿੱਚ ਤੁਹਾਨੂੰ ਪੈਸੇ ਜਮ੍ਹਾਂ ਕਰਨ ਲਈ ਨਹੀਂ ਕਹੂਗੀ। ਚੌਥਾ ਜਿਹੜਾ ਹੈਗਾ ਉਹ ਹੈਗੇ ਆ ਟੈਲੀਫੋਨ ਸਕੈਮਸ। ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਕਿ IRCC ਜਾਂ ਗਵਰਨਮੈਂਟ ਆਫ ਕੈਨੇਡਾ ਕਦੇ ਵੀ ਤੁਹਾਨੂੰ ਫੋਨ ਤੇ ਕਿਸੇ ਵੀ ਤਰੀਕੇ ਦੇ ਪੈਸਿਆਂ ਵਾਸਤੇ ਰਿਕੁਐਸਟ ਨਹੀਂ ਕਰਦੇ। ਕੋਈ ਵੀ ਰਿਕੁਐਸਟ ਤੁਹਾਨੂੰ ਥਰੂ ਟੈਲੀਫੋਨ ਪੈਸੇ ਜਮ੍ਹਾਂ ਕਰਾਉਣ ਵਾਸਤੇ ਨਹੀਂ ਆਏਗੀ, ਤੇ ਜੇਕਰ ਕਿ ਕੋਈ ਬੰਦਾ ਇਦਾਂ ਤੁਹਾਨੂੰ ਰਿਕੁਐਸਟ ਕਰਦਾ ਹੈ ਉਹ 100% ਇਮੀਗ੍ਰੇਸ਼ਨ ਰਿਲੇਟਡ ਫਰਾਡ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕਰ ਰਿਹਾ। ਲਾਸਟ ਜਿਹੜਾ ਹੈਗਾ ਉਹ ਹੈਗਾ ਅਨਆਥੋਰਾਈਜ਼ਡ ਏਜੰਟਸ। ਸਭ ਤੋਂ ਪਹਿਲਾਂ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਨੂੰ ਆਪਦੀ ਐਪਲੀਕੇਸ਼ਨ ਵਾਸਤੇ ਕਿਸੇ ਵੀ ਰਿਪਰੈਜ਼ੈਂਟੇਟਿਵ ਦੀ ਲੋੜ ਨਹੀਂ ਹੈ। ਤੁਸੀਂ ਐਪਲੀਕੇਸ਼ਨ ਆਪਣੀ ਆਪ ਸਬਮਿਟ ਕਰ ਸਕਦੇ ਹੋ। ਜੇ ਤੁਹਾਨੂੰ ਐਪਲੀਕੇਸ਼ਨ ਵਾਸਤੇ ਮਦਦ ਦੀ ਲੋੜ ਹੈ ਤੇ ਅਸੀਂ ਤੁਹਾਨੂੰ ਇਹ ਸਲਾਹ ਦੇਵਾਂਗੇ ਕਿ ਤੁਸੀਂ ਸਭ ਤੋਂ ਪਹਿਲਾਂ ਇੱਕ ਅਨਪੇਡ ਰਿਪਰੈਜ਼ੈਂਟੇਟਿਵ ਨੂੰ ਅਪਰੋਚ ਕਰੋ। ਅਨਪੇਡ ਰਿਪਰੈਜ਼ੈਂਟੇਟਿਵ ਤੁਹਾਡਾ ਕੋਈ ਫੈਮਿਲੀ ਮੈਂਬਰ ਹੋ ਸਕਦਾ ਹੈ, ਤੁਹਾਡਾ ਕੋਈ ਦੋਸਤ ਹੋ ਸਕਦਾ ਹੈ, ਜਿਹਦੇ ਰਾਹੀਂ ਤੁਸੀਂ ਆਪਣੀ ਐਪਲੀਕੇਸ਼ਨ ਫਾਈਲ ਕਰ ਸਕਦੇ ਹੋ। ਜੇਕਰ ਕਿ ਤੁਸੀਂ ਪੇਡ ਰਿਪਰੈਜ਼ੈਂਟੇਟਿਵ ਦੀ ਮਦਦ ਲੈਂਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਪੇਡ ਰਿਪਰੈਜ਼ੈਂਟੇਟਿਵ ਉਹੀ ਆਥੋਰਾਈਜ਼ਡ ਹੁੰਦਾ ਹੈ ਜਿਹੜਾ ਕਿ ਕੈਨੇਡਾ ਦੀ ਲਾਅ ਸੁਸਾਇਟੀ ਦਾ ਮੈਂਬਰ ਹੋਵੇ, ਜਾਂ ਕਿਊਬੈਕ ਦੇ ਵਿੱਚ ਚੇਂਬਰ ਆਫ ਨੋਟਰੀਜ਼ ਦਾ ਮੈਂਬਰ ਹੋਵੇ, ਜਾਂ ਕਿ ਉਹ ICCRC ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟਸ ਕੈਨੇਡਾ ਰੈਗੂਲੇਟਰੀ ਕਾਉਂਸਲ ਹੈਗੇ ਆ ਉਹਦਾ ਮੈਂਬਰ ਹੋਵੇ। ਇਹ ਸਿਰਫ 3 ਕੈਟੇਗਰੀਜ਼ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ, ਇਹੀ ਆਥੋਰਾਈਜ਼ਡ ਪੇਡ ਰਿਪਰੈਜ਼ੈਂਟੇਟਿਵਸ ਤੁਹਾਡੀ ਐਪਲੀਕੇਸ਼ਨ ਰਾਹੀਂ ਹੋ ਸਕਦੇ ਆ। ਤੇ ਹੁਣ ਅਸੀਂ ਅੱਗੇ ਵਧਦੇ ਹੋਇਆਂ ਤੁਹਾਨੂੰ ICCRC ਬਾਰੇ ਹੋਰ ਇਨਫੋਰਮੇਸ਼ਨ ਦੇਣ ਵਾਸਤੇ ਸਾਡੇ ਕੋਲ ICCRC ਦੇ 2 ਰਿਪਰੈਜ਼ੈਂਟੇਟਿਵਸ ਨੇ, ਜਗਜੀਤ ਪਾਲ ਸਿੰਘ ਐਂਡ ਨੂਰ ਜਿਨਾ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਉਹ ਹੁਣ ਤੁਹਾਨੂੰ ICCRC ਤੇ ਇਮੀਗ੍ਰੇਸ਼ਨ ਫਰਾਡ ਬਾਰੇ ਕੁਝ ਗੱਲਾਂ ਦੱਸਣ। ਹੈਲੋ ਜਗਜੀਤ ਜੀ। ਹੈਲੋ ਸ਼ਿਖਰ ਜੀ, ਥੈਂਕ ਯੂ ਸੋ ਮਚ। ਮੇਰੇ ਵੱਲੋਂ ਸਾਰਿਆਂ ਨੂੰ ਸਵਾਗਤ ਆ। ਮੇਰਾ ਨਾਮ ਨੂਰ ਜੀਨਾ ਤੇ ਮੈਂ ਵੀ ਇੱਕ RCIC ਆ। ICCRC ਦਾ ਮੇਨ ਮੁੱਦਾ ਇਹੀ ਆ ਕਿ ਤੁਹਾਨੂੰ ਅਸੀਂ ਕਿੱਦਾਂ ਫਰਾਡ ਤੋਂ ਬਚਾ ਸਕੀਏ। ਉਹਦੇ ਲਈ ICCRC ਨੇ ਇੱਕ ਐਪ ਤਿਆਰ ਕੀਤੀ ਹੈ ਜਿਹਦੇ ਵਿੱਚ ਤੁਹਾਨੂੰ ਜ਼ਰੂਰੀ ਜਾਣਕਾਰੀਆਂ ਪ੍ਰਾਪਤ ਹੋਣਗੀਆਂ, ਅਤੇ ਇਸ ਐਪ ਨਾਲ ਤੁਸੀਂ ਆਪਣੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਨੂੰ ਵੈਰੀਫਾਈ ਕਰ ਸਕਦੇ ਹੋ। ਤੁਸੀਂ ਇਸ ਐਪ ਦੀ ਮਦਦ ਨਾਲ ਆਉਣ ਵਾਲੀ ਨਵੀਆਂ ਜਾਣਕਾਰੀਆਂ ਵੀ ਲੈ ਸਕਦੇ ਹੋ, ਤੇ ਤੁਸੀਂ ਇੰਗਲਿਸ਼, ਫ੍ਰੈਂਚ, ਹਿੰਦੀ ਤੇ ਪੰਜਾਬੀ ਦੇ ਵਿੱਚ ਜਾਣਕਾਰੀਆਂ ਵਾਲੀ ਵੀਡੀਓਜ਼ ਵੀ ਵੇਖ ਸਕਦੇ ਹੋ। ਇੰਡੀਆ ਦੇ ਵਿੱਚ 62 RCICs ਹੈਗੇ ਆ, ਤੇ ਪੂਰੇ ਦੁਨੀਆ ਦੇ ਵਿੱਚ 1142 RCICs ਹੈਗੇ ਨੇ ਜਿਹੜੇ ਪੰਜਾਬੀ ਭਾਸ਼ਾ ਬੋਲਦੇ ਆ, ਤੇ 1148 ਜਿਹੜੇ ਹਿੰਦੀ ਭਾਸ਼ਾ ਬੋਲਦੇ ਆ, ਤੇ 122 ਜਿਹੜੇ ਗੁਜਰਾਤੀ ਬੋਲਦੇ ਆ। ਇਸ ਦਾ ਮਤਲਬ ਇਹੀ ਆ ਕਿ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ, ਤੁਸੀਂ ਤੇ ਫਿਰ ਵੀ ਸਹੀ ਜਾਣਕਾਰੀ ਲੈ ਸਕਦੇ ਹੋ ਆਪਣੇ ਭਾਸ਼ਾ ਦੇ ਵਿੱਚ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਐਪ ਨੂੰ ਡਾਊਨਲੋਡ ਕਰਕੇ ਫਰਾਡ ਤੋਂ ਆਪਣੇ ਆਪ ਨੂੰ ਬਚਾਓਗੇ। ਹੁਣ ਮੈਂ ਆਪਣੇ ਕੋਲੀਗ ਜਗਜੀਤ ਪਾਲ ਨੂੰ ਬੁਲਾਉਣਾ ਚਾਹੁੰਦੀ ਹਾਂ ਫਲੋਰ ਤੇ ਉਹ ਤੁਹਾਨੂੰ ICCRC ਦੇ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਨੇ।
ਜਗਜੀਤ, ਇਫ ਯੂ ਆਰ ਸਪੀਕਿੰਗ, ਅਸੀਂ ਤੁਹਾਨੂੰ ਨਹੀਂ ਸੁਣ ਸਕਦੇ ਇਸ ਵੇਲੇ। Can you hear me? Yes, Jagjeet, we can hear you clear now. Sorry for that. I don't know, something went wrong with this computer. Okay, ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਸਵਾਗਤ ਐਂਡ ਸੌਰੀ ਮੇਰੇ ਕਰਕੇ ਥੋੜਾ ਜਿਹਾ ਟੈਕਨੀਕਲ ਡਿਫਿਕਲਟੀ ਕਰਕੇ ਥੋੜਾ ਟਾਈਮ ਵੇਸਟ ਹੋਇਆ, ਬਟ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ, ਨੂਰ ਨੇ ਆਲਰੇਡੀ ਤੁਹਾਨੂੰ ਦੱਸੀ ਕਿ ਇੱਕ ਐਪ ਜਿਹੜੀ ਆ ਅੱਜ ਕੱਲ੍ਹ ਸਾਡੇ ਕੋਲ ਸਾਰਿਆਂ ਕੋਲ ਮੋਬਾਈਲ ਹੈਗਾ ਆ। ਸ਼ਕੀਰ ਨੇ ਪਿਛਲੇ ਪੇਜ ਦੇ ਉੱਤੇ ਪ੍ਰੈਜੈਂਟੇਸ਼ਨ ਦੇ ਵਿੱਚ ਉਹ ਲਿੰਕ QR ਕੋਡ ਦਿੱਤਾ ਸੀਗਾ, ਜਿਹੜਾ QR ਕੋਡ ਯੂਜ਼ ਕਰਕੇ ਤੁਸੀਂ ਉਹ ਐਪ ਡਾਊਨਲੋਡ ਕਰ ਸਕਦੇ ਹੋ। ਜਿੱਦਾਂ ਕਿ ਸ਼ਕੀਰ ਨੇ ਮੈਂਸ਼ਨ ਕੀਤਾ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੰਸਲਟੈਂਟ ਜਿਹੜਾ ਉਹ ਆਪਣੀ ਐਪਲੀਕੇਸ਼ਨ ਵਾਸਤੇ ਜ਼ਰੂਰੀ ਹੈ ਹਾਇਰ ਕਰੋ। ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕੰਸਲਟੈਂਟ, ਕੋਈ ਵੀ ਬੰਦਾ ਤੁਹਾਡੀ ਫਾਈਲ ਦੀ ਗਰੰਟਿਡ ਆਊਟਕਮ ਬਾਰੇ ਨਹੀਂ ਕਹਿ ਸਕਦਾ, ਨਾ ਉਹ ਦੱਸ ਸਕਦਾ ਹੈ, ਬਿਕੋਜ਼ ਜਿਹੜਾ ਵੀ ਫੈਸਲਾ ਆ ਉਹ ਇੱਕ ਆਫਿਸਰ ਨੇ ਤੁਹਾਡੀ ਫਾਈਲ ਦੇ ਮੈਰਿਟਸ ਵੇਖ ਕੇ ਹੀ ਲੈਣਾ। ਸੋ ਜਿਹੜਾ ਵੀ ਬੰਦਾ ਤੁਹਾਨੂੰ ਇਹ ਗੱਲ ਕਹਿੰਦਾ ਆ ਕਿ ਤੁਹਾਡੀ ਫਾਈਲ ਜਿਹੜੀ ਆ ਉਹ ਗਰੰਟਿਡ ਅਪਰੂਵ ਹੋਊਗੀ, ਉਹ ਬੰਦਾ ਤੁਹਾਡੇ ਨਾਲ ਝੂਠ ਬੋਲ ਰਿਹਾ। ICCRC ਦਾ ਮੁੱਖ ਮੰਤਵ ਜਿੱਦਣ ICCRC ਬਣੀ ਸੀਗੀ, ਟੂ ਪ੍ਰੋਟੈਕਟ ਦ ਪਬਲਿਕ, ਟੂ ਪ੍ਰੋਟੈਕਟ ਆਮ ਲੋਕ, ਜਿਹੜੀ ਜਨਤਾ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ, ਉਹਨਾਂ ਦੇ ਬਚਾਅ ਵਾਸਤੇ ICCRC ਬਣੀ ਸੀਗੀ। ICCRC ਪਿਛਲੇ ਕਈ ਸਾਲਾਂ ਤੋਂ ਲਗਾਤਾਰ ਫਰਾਡ ਪ੍ਰੀਵੈਂਸ਼ਨ ਦੇ ਵਿੱਚ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਰਹੀ ਹੈ, ਉਹਨਾਂ ਨੂੰ ਫਲ ਲੱਗ ਰਿਹਾ ਹੈ। ਉਹਨਾਂ ਦਾ ਸਭ ਤੋਂ ਵੱਡਾ ਇਸ ਵੇਲੇ ਜਿਹੜੀ ਐਗਜ਼ਾਮਪਲ ਹੈ ਸਾਡੀ ਐਪ ਹੈ, ਜਿਹਦੇ ਬਾਰੇ ਤੁਹਾਨੂੰ ਜਿਨ੍ਹਾਂ ਨੇ ਦੱਸਿਆ। ਸੋ ਕਿਸੇ ਤਰੀਕੇ ਦੇ ਨਾਲ ਵੀ ਜਦੋਂ ਤੁਸੀਂ ਆਪਣੀ ਇਮੀਗ੍ਰੇਸ਼ਨ ਫਾਈਲ ਕਿਸੇ ਕੰਸਲਟੈਂਟ ਨਾਲ ਡਿਸਕਸ ਕਰਦੇ ਹੋ ਤੇ ਮੇਕ ਸ਼ੋਰ ਕਰੋ ਕਿ ਉਹ ਕੰਸਲਟੈਂਟ ਜਿਹੜਾ ਆ ਉਹ ICCRC ਦਾ ਮੈਂਬਰ ਆ। ਜੋ ICCRC ਦਾ ਮੈਂਬਰ ਨਹੀਂ ਹੈਗਾ ਤੇ ਕੋਸ਼ਿਸ਼ ਕਰੋ ਕਿ ਤੁਸੀਂ ਉਹਦੇ ਨਾਲ ਆਪਣੀ ਫਾਈਲ ਬਾਰੇ ਕਿਸੇ ਤਰ੍ਹਾਂ ਦੇ ਪਰਸਨਲ ਇਨਫੋਰਮੇਸ਼ਨ ਸ਼ੇਅਰ ਨਾ ਕਰੋ, ਕਿਉਂਕਿ ਇਮੀਗ੍ਰੇਸ਼ਨ ਕੰਸਲਟੈਂਟ ਆਫ ਕੈਨੇਡਾ ਰੈਗੂਲੇਟਰੀ ਕਾਉਂਸਲ ਦੇ ਜਿੰਨੇ ਵੀ ਮੈਂਬਰਸ ਨੇ, ਜਿੰਨੇ ਵੀ ICCRC ਦੇ ਮੈਂਬਰਸ ਨੇ, ਉਹ ਲਾਅ ਦੇ ਅੰਡਰ ਵਚਨਬੱਧ ਨੇ ਕਿ ਉਹ ਆਪਣੇ ਕਲਾਇੰਟਸ ਦੀ ਇਨਫੋਰਮੇਸ਼ਨ, ਉਹਨਾਂ ਦੀ ਜਿਹੜੀ ਸਾਰੀ ਪ੍ਰਾਈਵੇਸੀ ਦੇ ਅੰਡਰ ਸਾਰੀ ਇਨਫੋਰਮੇਸ਼ਨ ਹੈ ਉਹ ਸਿਕਿਉਰ ਰੱਖਦੇ ਆ। ਉਹਨਾਂ ਨੂੰ ਗਵਰਨਮੈਂਟ ਕਿਸੇ ਤਰੀਕੇ ਦੇ ਨਾਲ ਵੀ ਪੀਨਲਾਈਜ਼ ਕਰ ਸਕਦੀ ਜੋ ਗਲਤ ਕੋਈ ਵੀ ਇਨਫੋਰਮੇਸ਼ਨ ਦਿੰਦੇ ਆ ਜਾਂ ਉਹ ਕਿਸੇ ਤਰ੍ਹਾਂ ਦਾ ਵੀ ਫਰਾਡ ਕਿਸੇ ਨਾਲ ਵੀ ਕਰਦੇ ਆ। ਸੋ ਜਦੋਂ ਵੀ ਤੁਸੀਂ ਆਪਣੀ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਵੀ ਸਵਾਲ ਹੈ, ਉਹਦੇ ਤੇ ਤੁਸੀਂ ਆਪਣੀ ਐਪ ਡਾਊਨਲੋਡ ਕਰਕੇ ਉਹਦੇ ਤੇ ਜਾ ਕੇ, ਉਹਦੇ ਜਿੱਦਾਂ ਕਿ ਨੂਰ ਨੇ ਦੱਸਿਆ ਕਿ ਉਹ ਕਈ ਭਾਸ਼ਾਵਾਂ ਵਿੱਚ, ਨਾ ਸਿਰਫ ਪੰਜਾਬੀ ਵਿੱਚ, ਗੁਜਰਾਤੀ, ਹਿੰਦੀ ਵਿੱਚ ਵੀ ਹੈ, ਪਰ ਕਦੀ ਜਦੋਂ ਵੀ ਅਸੀਂ ਦੇਖਦੇ ਹਾਂ ਪੰਜਾਬ ਦੀਆਂ ਐਪਲੀਕੇਸ਼ਨਸ ਨੂੰ ਜੇ ਅਸੀਂ ਫਰਾਡ ਨਾਲ ਜੋੜਦੇ ਹਾਂ, ਸਾਡੇ ਅੰਦਰ ਵੀ ਸਾਰਿਆਂ ਦੇ ਅੰਦਰ ਇੱਕ ਝੰਜੋੜਿਆ ਜਾਂਦਾ, ਮਨ ਦੁੱਖ ਲੱਗਦਾ ਕਿ ਇਹ ਫਰਾਡ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸੋ ਅਸੀਂ ਸਾਰੇ ਆਪਣੀ ਫਾਈਲਸ ਨੂੰ ਲੈ ਕੇ ਸੁਚੇਤ ਹੋਈਏ, ਆਪਣੀ ਫਾਈਲਸ ਨੂੰ ਲੈ ਕੇ ਆਪਣੇ ਆਪ ਨੂੰ ਐਜੂਕੇਟਡ ਕਰੀਏ ਤੇ ਬਾਕੀ ਜਿਹੜੇ ਸਾਡੇ ਆਲੇ ਦੁਆਲੇ ਉਹਨਾਂ ਨੂੰ ਵੀ ਅਸੀਂ ਇਹਦੇ ਬਾਰੇ ਜਾਗਰੂਕ ਕਰੀਏ, ਤਾਂ ਜੋ ਅਸੀਂ ਆਪ ਅਤੇ ਆਪਣੇ ਜਾਣਕਾਰਾਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਸਾਕ ਸੰਬੰਧੀਆਂ ਨੂੰ ਇਸ ਫਰਾਡ ਤੋਂ ਬਚਾ ਸਕੀਏ। ਥੈਂਕ ਯੂ ਵੈਰੀ ਮਚ। ਥੈਂਕ ਯੂ ਜਗਜੀਤ ਤੇ ਨੂਰ, ਸਾਨੂੰ ICCRC ਬਾਰੇ ਤੇ ਇਮੀਗ੍ਰੇਸ਼ਨ ਫਰਾਡ ਬਾਰੇ ਬਹੁਤ ਜ਼ਰੂਰੀ ਜਾਣਕਾਰੀ ਦੇਣ ਵਾਸਤੇ। ਹੁਣ ਅਸੀਂ ਅੱਗੇ ਚੱਲਦੇ ਹਾਂ। ਇਸ ਸਲਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਸਾਨੂੰ ਕਿਸ ਤਰੀਕੇ ਨਾਲ ਸੰਪਰਕ ਕਰ ਸਕਦੇ ਹੋ, ਕਿੱਦਾਂ ਸਾਡੇ ਨਾਲ ਜੁੜ ਸਕਦੇ ਹੋ। ਇਹਦੇ 'ਚ ਤੁਸੀਂ ਸਕਰੀਨ ਦੇ ਉੱਤੇ ICCRC ਦੀ ਵੈਬਸਾਈਟ ਦੇਖ ਸਕਦੇ ਹੋ, ਜਿਹੜੀ ਕਿ ਹੈਗੀ ਹੈ www.canada.ca/immigration। ਨਾਲ ਹੀ ਤੁਸੀਂ ਫੇਸਬੁੱਕ, ਟਵਿੱਟਰ ਤੇ YouTube ਚੈਨਲਸ ਜਿਹੜੇ ਸਾਡੇ ਨੇ ਕੈਨੇਡਾ ਐਂਡ ਇੰਡੀਆ ਦੇ ਨਾਂ ਤੋਂ, ਉਹਦੇ ਬਾਰੇ ਤੁਸੀਂ ਜਾਣਕਾਰੀ ਪਾ ਸਕਦੇ ਹੋ ਸਲਾਈਡ ਦੇ ਉੱਤੇ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਫੋਲੋ ਕਰੋ, ਤਾਂ ਕਿ ਤੁਹਾਨੂੰ ਲੇਟੈਸਟ ਜਿਹੜੇ ਅਪਡੇਟਸ ਨੇ, ਚਾਹੇ ਉਹ ਵੀਜ਼ਾ ਐਪਲੀਕੇਸ਼ਨ ਸੈਂਟਰਸ ਬਾਰੇ ਨੇ ਜਾਂ ਕੈਨੇਡਾ ਦੀ ਜਿਹੜੀ ਟਰੈਵਲ ਕਰਨ ਦੀਆਂ ਰਿਸਟ੍ਰਿਕਸ਼ਨਸ ਨੇ ਉਹਦੀਆਂ ਐਗਜ਼ੈਂਪਸ਼ਨਸ ਬਾਰੇ ਨੇ, ਜਾਂ ਫਿਰ DLI ਲਿਸਟ ਜਦੋਂ ਵੀ ਅਪਡੇਟ ਹੋਊਗੀ ਉਹਦੇ ਬਾਰੇ ਜਿੰਨੇ ਵੀ ਅਪਡੇਟਸ ਨੇ ਉਹ ਤੁਹਾਨੂੰ ਸੋਸ਼ਲ ਮੀਡੀਆ ਹੈਂਡਲਸ ਦੇ ਥਰੂ ਮਿਲ ਸਕਣ। ਇਹਦੇ ਨਾਲ ਹੁਣ ਸਾਡੀ ਪ੍ਰੈਜੈਂਟੇਸ਼ਨ ਮੁੱਕ ਗਈ ਹੈ ਤੇ ਹੁਣ ਅਸੀਂ ਜਿਹੜੇ ਤੁਹਾਡੇ ਸਵਾਲ ਨੇ ਉਹਨੇ ਸਵਾਲਾਂ ਦਾ ਅਸੀਂ ਹੁਣ ਜਵਾਬ ਦੇਵਾਂਗੇ। ਅਸੀਂ ਹੁਣ ਕੌਨਸਟੈਂਟਲੀ ਤੁਹਾਡੇ ਸਵਾਲਾਂ ਨੂੰ ਸਕੈਨ ਕਰ ਰਹੇ ਹਾਂ ਤੇ ਜਿਹੜੇ ਵੀ ਕੁਐਸਚਨਸ ਵੱਧ ਤੋਂ ਵੱਧ ਲੋਕਾਂ ਨੇ ਪੁੱਛੇ ਹੈ ਉਹਦੇ ਬਾਰੇ ਅਸੀਂ ਜਿਹੜੇ ਕੁਐਸਚਨਸ ਨੇ ਉਹ ਅਸੀਂ ਹੁਣ ਆਨਸਰ ਕਰਾਂਗੇ। ਸਾਡੇ ਲਈ ਇਹ ਪੋਸੀਬਲ ਨਹੀਂ ਹੈ ਟਾਈਮ ਦੀ ਘਾਟ ਕਰਕੇ ਕਿ ਅਸੀਂ
ਸਾਰੇ ਕੁਐਸਚਨਸ ਦਾ ਜਵਾਬ ਦਈਏ, ਬਟ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਵੱਧ ਤੋਂ ਵੱਧ ਸਵਾਲਾਂ ਦਾ ਜਵਾਬ ਤੁਹਾਨੂੰ ਦਈਏ। ਤੇ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈਗਾ ਹੈ, ਉਹ ਇਹ ਹੈਗਾ ਕਿ ਜਿਹੜੀ ਇਹ ਟਰੈਵਲ ਰਿਸਟ੍ਰਿਕਸ਼ਨਸ ਦੇ ਵਿੱਚ ਬਦਲਾਵ ਆਏ ਨੇ, ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿੱਦਾਂ ਅਫੈਕਟ ਕਰਦੇ ਆ। ਇਹਦਾ ਆਨਸਰ ਇਹ ਹੈ ਕਿ ਜੀ ਜਿਹੜੀ ਹੁਣ ਨਵੀਂ ਟਰੈਵਲ ਰਿਸਟ੍ਰਿਕਸ਼ਨਸ ਤੇ ਐਗਜ਼ੈਂਪਸ਼ਨਸ ਅਨਾਉਂਸ ਹੋਈਆਂ ਨੇ, ਅਕਤੂਬਰ 2020 ਅਕਤੂਬਰ 2020 ਤੋਂ ਇਹ ਲਾਗੂ ਹੁੰਦੀਆਂ ਨੇ, ਤੇ ਇਹਦੇ ਤਹਿਤ ਡੀਐਲਆਈਜ਼ ਨੂੰ ਕੁਝ ਡੀਐਲਆਈਜ਼ ਨੂੰ ਜਿਨ੍ਹਾਂ ਕੋਲ ਕੋਵਿਡ ਰੈਡੀਨੈਸ ਪਲਾਨ ਹੈਗਾ, ਉਹਨਾਂ ਨੂੰ ਕਲਾਸਿਸ ਸ਼ੁਰੂ ਕਰਨ ਦੀ ਪਰਮਿਸ਼ਨ ਦਿੱਤੀ ਗਈ ਹੈ ਗਵਰਨਮੈਂਟ ਆਫ ਕੈਨੇਡਾ ਵੱਲੋਂ। ਸਟੂਡੈਂਟਸ ਜਿਹੜੇ ਕੈਨੇਡਾ ਦੇ ਵਿੱਚ ਇਸ ਟਾਈਮ ਤੇ ਨਹੀਂ ਹੈਗੇ, ਮਗਰ ਉਹਨਾਂ ਕੋਲ ਇੱਕ ਸਟੱਡੀ ਪਰਮਿਟ ਹੈਗਾ ਜਾਂ ਉਹ ਸਟੱਡੀ ਪਰਮਿਟ ਵਾਸਤੇ ਅਪਰੂਵਡ ਨੇ, ਤੇ ਜੇ ਉਹਨਾਂ ਦਾ ਡੀਐਲਆਈ ਜਿਹੜਾ ਹੈਗਾ ਉਹ ਅਪਰੂਵਡ ਲਿਸਟ ਤੇ ਹੈਗਾ, ਤੇ ਉਹ ਇਹਨਾਂ ਐਗਜ਼ੈਂਪਸ਼ਨਸ ਦੇ ਅੰਡਰ ਹੁਣ ਟਰੈਵਲ ਕਰ ਸਕਣਗੇ ਕੈਨੇਡਾ। ਹੁਣ ਜਿਹੜਾ ਅਗਲਾ ਕੁਐਸਚਨ ਹੈ ਉਹ ਹੈਗਾ ਕਿ ਮੈਂ ਇਹ ਕਿੱਦਾਂ ਦਰਸਾ ਸਕਦਾ ਹਾਂ ਕਿ ਕੈਨੇਡਾ ਦੇ ਵਿੱਚ ਮੇਰਾ ਟਰੈਵਲ ਇਸੈਂਸ਼ੀਅਲ ਹੈਗਾ। ਦੇਖੋ ਜੀ, ਕੈਨੇਡਾ ਟਰੈਵਲ ਕਰਨ ਤੋਂ ਪਹਿਲਾਂ ਜਿਹੜਾ ਤੁਹਾਡੇ ਕੋਲ ਇਸੈਂਸ਼ੀਅਲ ਆਪਣੇ ਆਪ ਦੀ ਤੁਹਾਡੀ ਜਿਹੜਾ ਟਰੈਵਲ ਹੈਗਾ ਉਹਨੂੰ ਇਸੈਂਸ਼ੀਅਲ ਸ਼ੋ ਕਰਨ ਵਾਸਤੇ ਤੁਹਾਨੂੰ ਚਾਹੀਦਾ ਹੈ ਇੱਕ ਪਾਸਪੋਰਟ, ਆਪਣਾ ਸਟੱਡੀ ਪਰਮਿਟ ਜਾਂ ਪੋਰਟ ਆਫ ਐਂਟਰੀ ਇੰਟਰੋਡਕਸ਼ਨ ਲੈਟਰ। ਤੀਜਾ, ਤੁਹਾਡੇ ਡੀਐਲਆਈ ਵੱਲੋਂ ਤੁਹਾਨੂੰ ਇੱਕ ਲੈਟਰ ਦੀ ਲੋੜ ਪੈਣੀ ਹੈ ਜਿਹਦੇ 'ਚ ਇਹ ਮੈਂਸ਼ਨ ਹੋਣਾ ਚਾਹੀਦਾ ਹੈ ਕਿ ਤੁਹਾਡੀ ਜਿਹੜੀ ਕੋਰਸ ਦੀ ਸਟਾਰਟ ਹੋਣ ਦੀ ਡੇਟ, ਸਟਾਰਟ ਹੋਣ ਦੀ ਤਰੀਕ ਹੈ, ਉਹ ਮੈਂਸ਼ਨ ਹੋਣੀ ਚਾਹੀਦੀ ਹੈ। ਚੌਥਾ, ਤੁਹਾਡੇ ਕੋਲ ਇੱਕ 14 ਦਿਨਾਂ ਦਾ ਕੁਆਰੰਟੀਨ ਪਲਾਨ ਹੋਣਾ ਚਾਹੀਦਾ ਹੈ। ਤੇ ਪੰਜਵਾਂ, ਤੁਸੀਂ ਇਹ ਸ਼ੋ ਕਰਨਾ ਹੈ ਕਿ ਤੁਹਾਡੇ ਕੋਲ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਸਪੋਰਟ ਕਰਨ ਲਈ ਜਿਹੜੇ ਰਿਕੁਆਇਰਡ ਨੇ ਉਹ ਫੰਡਸ ਤੁਹਾਡੇ ਕੋਲ ਹੈਗੇ ਆ। ਅਗਲਾ ਕੁਐਸਚਨ ਹੁਣ ਅਸੀਂ ਦੇਖਦੇ ਹਾਂ, ਉਹ ਇਹ ਕਹਿੰਦਾ ਹੈ ਕਿ ਮੈਂ ਕਿੱਦਾਂ ਜਾਣ ਸਕਦਾ ਹਾਂ ਕਿ ਮੇਰਾ ਇੰਸਟੀਟਿਊਟ ਜਿਹੜਾ ਹੈਗਾ ਅਪਰੂਵਡ ਡੀਐਲਆਈ ਲਿਸਟ ਤੇ ਹੈਗਾ ਜਾਂ ਨਹੀਂ। ਅਪਰੂਵਡ, ਇਹਦਾ ਆਨਸਰ ਇਹ ਹੈ ਕਿ ਜੀ ਅਪਰੂਵਡ ਡੀਐਲਆਈ ਜਿਹੜੀ ਲਿਸਟ ਹੈਗੀ ਹੈ ਉਹ ਆਈਆਰਸੀਸੀ ਦੀ ਵੈਬਸਾਈਟ ਤੇ ਅਵੇਲੇਬਲ ਹੈਗੀ ਹੈ। ਤੁਸੀਂ ਆਈਆਰਸੀਸੀ ਦੀ ਵੈਬਸਾਈਟ ਤੇ ਜਾ ਕੇ ਅਪਰੂਵਡ ਲਿਸਟ ਦੇਖ ਸਕਦੇ ਹੋ। ਤੇ ਜੇ ਕਰਕੇ ਤੁਹਾਡਾ ਡੀਐਲਆਈ ਅਪਰੂਵਡ ਲਿਸਟ ਤੇ ਨਹੀਂ ਹੈਗਾ ਤਾਂ ਤੁਸੀਂ ਆਪਦੀ ਡੀਐਲਆਈ ਨੂੰ ਕੰਟੈਕਟ ਕਰ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਕੋਵਿਡ ਰੈਡੀਨੈਸ ਪਲਾਨ ਹੈ ਉਹ ਕਿਸ ਸਟੇਜ ਤੇ ਹੈਗਾ। ਤੇ ਇਹ ਜਿਹੜੀ ਲਿਸਟ ਹੈ ਕਨਸਟੈਂਟਲੀ ਅਪਡੇਟ ਹੁੰਦੀ ਰਹੂਗੀ, ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਲਿਸਟ ਰੈਗੂਲਰਲੀ ਚੈੱਕ ਕਰਦੇ ਰਹੋ। ਜਦੋਂ ਵੀ ਤੁਹਾਡਾ ਇੰਸਟੀਟਿਊਟ ਡੀਐਲਆਈ ਅਪਰੂਵਡ ਲਿਸਟ ਤੇ ਆ ਜਾਏਗਾ ਤੇ ਤੁਸੀਂ ਉਸ ਟਾਈਮ ਕੈਨੇਡਾ ਟਰੈਵਲ ਕਰ ਸਕਦੇ ਹੋ। ਅਗਲਾ ਕੁਐਸਚਨ ਹੈ ਕਿ 2 ਸਟੇਜ ਪ੍ਰੋਸੈਸ ਜਿਹੜਾ ਹੈਗਾ ਉਹ 2021 ਜਾਂ 2021 ਸਟਾਰਟ ਡੇਟਸ ਲਈ ਹੈਗਾ ਹੈ ਕਿ ਨਹੀਂ ਹੈਗਾ। ਇਹਦਾ ਆਨਸਰ ਹੈ ਜੀ ਨਹੀਂ। ਜਿਹੜਾ 2 ਸਟੇਜ ਪ੍ਰੋਸੈਸ ਹੈਗਾ ਜਿਹਦੇ ਵਿੱਚ ਤੁਹਾਨੂੰ ਪਹਿਲਾਂ ਇੱਕ ਏਆਈਪੀ ਮਿਲਦਾ ਹੈ, ਫਿਰ ਵੀਜ਼ਾ ਗ੍ਰਾਂਟ ਹੁੰਦਾ ਹੈ, ਇਹ ਸਿਰਫ ਉਹੀ ਐਪਲੀਕੇਸ਼ਨਸ ਵਾਸਤੇ ਹੈਗਾ ਹੈ ਜਿਹੜਾ ਕਿ ਸੈਪਟੈਂਬਰ 15 2020 ਤੋਂ ਪਹਿਲਾਂ ਸਬਮਿਟ ਕੀਤੀਆਂ ਹੋਈਆਂ ਨੇ ਤੇ 2020 ਸਟਾਰਟ ਡੇਟਸ ਦੇ ਲਈ ਹੈਗੀ ਹੈ। ਜਿਹੜੀ ਵੀ ਜੇ ਤੁਸੀਂ ਆਪਣੇ ਏਆਈਪੀ ਮਿਲਣ ਤੋਂ ਪਹਿਲਾਂ ਆਪਦਾ ਜਿਹੜਾ ਕੋਰਸ ਹੈਗਾ ਉਹਨੂੰ 2021 ਲਈ ਡੈਫਰ ਕੀਤਾ ਹੈ ਤਾਂ ਤੁਹਾਨੂੰ ਆਪਦੀ ਐਪਲੀਕੇਸ਼ਨ ਦੇ ਵਿੱਚ ਏਆਈਪੀ ਨਹੀਂ ਮਿਲੇਗਾ। ਇਹ ਤੁਹਾਡੀ ਜਿਹੜੀ ਐਪਲੀਕੇਸ਼ਨਸ ਨੇ ਇਹ ਰੈਗੂਲਰ ਪ੍ਰੋਸੈਸ ਦੇ ਵਿੱਚ ਜਿੱਦਾਂ ਕੋਵਿਡ-19 ਤੋਂ ਪਹਿਲਾਂ ਪ੍ਰੋਸੈਸ ਹੁੰਦਾ ਸੀ ਉਸ ਤਰ੍ਹਾਂ ਤੁਹਾਡੀਆਂ ਐਪਲੀਕੇਸ਼ਨਸ ਪ੍ਰੋਸੈਸ ਹੋਣਗੀਆਂ। ਤੇ ਇਹ ਇੱਕ ਗੱਲ ਅਸੀਂ ਹੋਰ ਕਹਿਣਾ ਚਾਹੁੰਦੇ ਹਾਂ ਕਿ ਇਸ ਟਾਈਮ ਤੇ ਅਸੀਂ ਉਹੀ ਐਪਲੀਕੇਸ਼ਨਸ ਨੂੰ ਪ੍ਰਾਇੋਰਟਾਈਜ਼ ਕਰ ਰਹੇ ਨੇ ਜਿਹੜੇ ਕਿ ਅਪਰੂਵਡ ਡੀਐਲਆਈ ਲਿਸਟ ਵਾਲੇ ਇੰਸਟੀਟਿਊਟਸ ਲਈ ਨੇ। ਹੁਣ ਅਗਲਾ ਕੁਐਸਚਨ ਹੈ ਕਿ ਮੇਰਾ ਇੰਸਟੀਟਿਊਟ ਡੀਐਲਆਈ ਲਿਸਟ ਤੇ ਹੈਗਾ ਮਗਰ ਹਾਲੇ ਤੱਕ ਮੈਨੂੰ ਏਆਈਪੀ ਨਹੀਂ ਮਿਲਿਆ। ਜੇ ਤੁਹਾਡਾ ਜਿਹੜਾ ਇੰਸਟੀਟਿਊਟ ਹੈਗਾ ਤੇ ਉਹ ਡੀਐਲਆਈ ਲਿਸਟ ਤੇ ਹੈਗਾ ਤੇ ਤੁਸੀਂ ਸੈਪਟੈਂਬਰ 15 ਤੋਂ ਪਹਿਲਾਂ ਆਪਣੀ ਐਪਲੀਕੇਸ਼ਨ ਸਬਮਿਟ ਕੀਤੀ ਹੈ ਤੇ ਜਿਹੜੀ ਤੁਹਾਡੀ ਐਪਲੀਕੇਸ਼ਨ ਹੈਗੀ ਹੈ ਉਹ 2020 ਸਟਾਰਟ ਡੇਟ ਲਈ ਹੈਗੀ ਹੈ ਤਾਂ ਤੁਹਾਨੂੰ ਏਆਈਪੀ ਮਿਲੇਗਾ। ਇਹ ਏਆਈਪੀ ਤੁਹਾਨੂੰ ਇਲੈਕਟ੍ਰੋਨਿਕਲੀ ਆਪਦੇ ਅਕਾਊਂਟ ਦੇ ਵਿੱਚ ਰਿਸੀਵ ਹੋਏਗਾ ਜਾਂ ਤਾਂ ਤੁਹਾਡੇ ਸੀਆਈਸੀ ਅਕਾਊਂਟ ਦੇ ਵਿੱਚ ਤੁਹਾਨੂੰ ਇਹ ਏਆਈਪੀ ਆਏਗਾ ਜਾਂ ਤੁਹਾਨੂੰ ਈਮੇਲ ਰਾਹੀਂ ਇਹ ਏਆਈਪੀ ਰਿਸੀਵ ਹੋਊਗਾ। ਅਗਲਾ ਕੁਐਸਚਨ ਹੈ ਕਿ ਏਆਈਪੀ ਵਾਸਤੇ ਮੈਨੂੰ ਕਿਹੜੇ ਡਾਕੂਮੈਂਟਸ ਦੀ ਲੋੜ ਹੈਗੀ ਹੈ। ਇਹਦੇ ਬਾਰੇ ਅਸੀਂ ਤੁਹਾਨੂੰ ਪ੍ਰੈਜੈਂਟੇਸ਼ਨ 'ਚ ਵੀ ਦੱਸਿਆ ਸੀ ਤੇ ਹੁਣ ਅਸੀਂ ਤੁਹਾਨੂੰ ਦੁਬਾਰਾ ਦੱਸ ਦਿੰਦੇ ਹਾਂ। ਏਆਈਪੀ ਵਾਸਤੇ ਐਸਡੀਐਸ ਦੇ ਅੰਦਰ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਲੈਟਰ ਆਫ ਐਕਸੈਪਟੈਂਸ ਚਾਹੀਦੀ ਹੈ ਡੀਐਲਆਈ ਵੱਲੋਂ। ਦੂਜਾ, ਤੁਹਾਨੂੰ ਇੱਕ ਆਇਲਟਸ ਦਾ ਰਿਜ਼ਲਟ ਚਾਹੀਦਾ ਜਿਹਦੇ ਵਿੱਚ ਤੁਹਾਡੇ 6 ਬੈਂਡਸ ਨੇ ਇਨ ਈਚ ਮੋਡਿਊਲ। ਤੀਜਾ, ਤੁਹਾਡੀ ਫਰਸਟ ਈਅਰ ਦੀ ਟਿਊਸ਼ਨ ਫੀ ਪੇਡ ਹੋਣੀ ਚਾਹੀਦੀ ਹੈ। ਚੌਥਾ, ਤੁਹਾਨੂੰ ਇੱਕ GIC $10,000 ਕੈਨੇਡੀਅਨ ਡਾਲਰਸ ਦਾ ਇੱਕ GIC ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਪੰਜਵਾਂ, ਤੁਸੀਂ ਆਪਦੇ ਪੋਸਟ ਸੈਕੰਡਰੀ ਸਕੂਲ ਟ੍ਰਾਂਸਕ੍ਰਿਪਟ ਸਾਨੂੰ ਸਬਮਿਟ ਕਰਨੀਆਂ ਨੇ ਤੇ ਕਿਊਬੈਕ ਸਟੂਡੈਂਟਸ ਵਾਸਤੇ ਇੱਕ CAQ ਦੀ ਲੋੜ ਹੈ। ਨੌਨ ਐਸਡੀਐਸ ਕੈਟੇਗਰੀ ਦੇ ਵਿੱਚ ਤੁਹਾਨੂੰ ਇੱਕ
DLI ਵੱਲੋਂ ਲੈਟਰ ਆਫ ਐਕਸੈਪਟੈਂਸ ਚਾਹੀਦੀ ਹੈ। ਆਪਣਾ IELTS TOEFL ਜਾਂ PTE ਸਕੋਰ ਤੁਸੀਂ ਸਾਨੂੰ ਸਬਮਿਟ ਕਰ ਸਕਦੇ ਹੋ। ਆਨਲਾਈਨ ਲੈਂਗੁਏਜ ਟੈਸਟ ਰਿਜ਼ਲਟ ਅਸੀਂ ਨਹੀਂ ਐਕਸੈਪਟ ਕਰਦੇ ਹਾਂ। ਤੁਹਾਨੂੰ ਆਪਣੇ ਫੰਡਸ ਸ਼ੋ ਕਰਨੇ ਆ ਜਿਹਦੇ ਚ ਤੁਸੀਂ ਇਹ ਦੱਸੋਗੇ ਕਿ ਤੁਸੀਂ ਆਪਦੀ ਪੜ੍ਹਾਈ, ਟਰਾਂਸਪੋਰਟੇਸ਼ਨ ਤੇ ਰਹਿਣ ਦਾ ਖਰਚਾ ਕੈਨੇਡਾ ਦੇ ਵਿੱਚ ਉਠਾ ਸਕਦੇ ਹੋ। ਚੌਥਾ, ਤੁਸੀਂ ਆਪਣੇ ਸਕੂਲ ਟਰਾਂਸਕ੍ਰਿਪਟਸ ਸੈਕੰਡਰੀ ਜਾਂ ਪੋਸਟ ਸੈਕੰਡਰੀ ਸਾਨੂੰ ਸਬਮਿਟ ਕਰਨੀਆਂ ਨੇ। ਤੇ ਪੰਜਵਾਂ, ਜਿਹੜੇ ਕਿਊਬੈਕ ਸਟੂਡੈਂਟਸ ਜਾ ਰਹੇ ਨੇ ਉਹਨਾਂ ਨੂੰ ਇੱਕ CAQ ਦੀ ਲੋੜ ਪੈਂਦੀ ਹੈ। ਅਗਲਾ ਕੁਐਸਚਨ ਹੈਗਾ ਜੀ ਕਿ ਜੇ ਇਸ ਟਾਈਮ ਤੇ ਮੇਰਾ ਮੈਡੀਕਲ ਜਾਂ ਬਾਇਓਮੈਟ੍ਰਿਕਸ ਮਿਸਿੰਗ ਹੈ, ਕਿ ਕੀ ਮੇਰੀ ਐਪਲੀਕੇਸ਼ਨ SDS ਲਈ ਕੁਆਲੀਫਾਈ ਹੋ ਸਕਦੀ ਹੈ? ਇਹਦਾ ਆਨਸਰ ਹੈ ਨਹੀਂ। ਜੇ ਤੁਹਾਡਾ ਕੋਈ ਵੀ ਡਾਕੂਮੈਂਟ ਇਸ ਵੇਲੇ ਮਿਸਿੰਗ ਹੈ ਤੇ ਅਸੀਂ ਤੁਹਾਡੀ ਐਪਲੀਕੇਸ਼ਨ SDS ਤੋਂ ਨਾਨ SDS ਕੈਟਾਗਰੀ ਦੇ ਵਿੱਚ ਸ਼ਿਫਟ ਕਰ ਦਾਂਗੇ। ਅਗਲਾ ਕੁਐਸਚਨ ਹੈ ਕਿ ਜੇ ਮੈਂ ਕੋਈ ਵੀ ਰਿਕੁਐਸਟਡ ਡਾਕੂਮੈਂਟ ਟਾਈਮ ਦੇ ਜਾਂ ਸਮੇਂ ਦੇ ਵਿੱਚ ਆਪਣਾ ਡਾਕੂਮੈਂਟ ਸਬਮਿਟ ਨਹੀਂ ਕਰ ਪਾਉਂਦਾ ਤੇ ਉਹਦਾ ਮੇਰੀ ਐਪਲੀਕੇਸ਼ਨ ਤੇ ਕੀ ਅਸਰ ਹੋਊਗਾ? ਦੇਖੋ, ਜਿੱਦਾਂ ਅਸੀਂ ਤੁਹਾਨੂੰ ਪ੍ਰੈਜੈਂਟੇਸ਼ਨ ਦੇ ਵਿੱਚ ਦੱਸਿਆ ਸੀ, ਸਾਨੂੰ ਪਤਾ ਹੈ ਇਸ ਟਾਈਮ ਤੇ ਬਹੁਤ ਸਾਰੇ ਲੋਕਾਂ ਨੂੰ ਆਪਦੇ ਡਾਕੂਮੈਂਟ ਸਬਮਿਟ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਤੇ ਅਸੀਂ ਕੋਈ ਵੀ ਐਪਲੀਕੇਸ਼ਨ ਇਸ ਕਰਕੇ ਰਿਜੈਕਟ ਨਹੀਂ ਕਰਾਂਗੇ ਕਿ ਤੁਸੀਂ ਸਾਨੂੰ ਇੱਕ ਰਿਕੁਆਇਰਡ ਡਾਕੂਮੈਂਟ ਸਹੀ ਸਮੇਂ ਤੇ ਸਬਮਿਟ ਨਹੀਂ ਕੀਤਾ। ਬਟ ਇਹ ਤੁਹਾਡੇ ਹਿੱਤ ਦੇ ਵਿੱਚ ਹੈ ਕਿ ਤੁਸੀਂ ਜਲਦ ਤੋਂ ਜਲਦ ਸਾਨੂੰ ਸਾਰੇ ਡਾਕੂਮੈਂਟ ਸਬਮਿਟ ਕਰੋ, ਕਿਉਂਕਿ ਉਹਨਾਂ ਦੇ ਬਿਨਾਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋਊਗੀ। ਅਗਲਾ ਕੁਐਸਚਨ ਹੈ ਕਿ ਮੈਨੂੰ ਇਹ ਕਿੱਦਾਂ ਪਤਾ ਲੱਗੇਗਾ ਕਿ ਮੇਰਾ AIP ਗ੍ਰਾਂਟ ਹੋ ਗਿਆ? ਇਹਦੇ ਬਾਰੇ ਅਸੀਂ ਤੁਹਾਨੂੰ ਹੁਣੇ ਦੱਸਿਆ ਸੀ ਕਿ AIP ਜਿਹੜਾ ਤੁਹਾਡਾ ਹੈਗਾ ਉਹ ਤੁਹਾਨੂੰ ਇਲੈਕਟ੍ਰੋਨਿਕਲੀ ਤੁਹਾਡੇ ਅਕਾਊਂਟ ਦੇ ਵਿੱਚ ਜਾਂ ਈਮੇਲ ਦੇ ਰਾਹੀਂ, ਜਿਹੜਾ ਤੁਸੀਂ ਸਾਨੂੰ ਈਮੇਲ ਪ੍ਰੋਵਾਈਡ ਕੀਤਾ ਹੈ ਉਹਦੇ ਰਾਹੀਂ ਤੁਹਾਨੂੰ ਇਲੈਕਟ੍ਰੋਨਿਕਲੀ ਰਿਸੀਵ ਹੋਊਗਾ। ਅਗਲਾ ਕੁਐਸਚਨ ਹੈ ਕਿ ਜੇ ਮੈਨੂੰ AIP ਮਿਲ ਗਿਆ ਹੈਗਾ ਤੇ ਮੈਂ ਬਾਇਓਮੈਟ੍ਰਿਕਸ ਜਾਂ ਮੈਡੀਕਲਸ ਸਬਮਿਟ ਕਰ ਦਿੰਨਾ ਤਾਂ ਮੈਨੂੰ ਵੀਜ਼ਾ ਮਿਲ ਜਾਏਗਾ? ਇਹਦਾ ਆਨਸਰ ਹੈ ਜੀ ਨਹੀਂ। AIP ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ 100% ਗਾਰੰਟੀਡ ਵੀਜ਼ਾ ਮਿਲੇਗਾ। AIP ਤੋਂ ਬਾਅਦ ਜਿਹੜੀ ਤੁਹਾਡੀ ਐਡਮਿਸਿਬਿਲਿਟੀ ਰਿਕੁਆਇਰਮੈਂਟਸ ਹੁੰਦੀਆਂ ਨੇ ਉਹ ਚੈੱਕ ਹੁੰਦੀਆਂ ਨੇ, ਜਿਹਦੇ ਦੇ ਵਿੱਚ ਤੁਸੀਂ ਬਾਇਓਮੈਟ੍ਰਿਕ ਸਬਮਿਟ ਕਰਦੇ ਹੋ, ਮੈਡੀਕਲ ਸਬਮਿਟ ਕਰਦੇ ਹੋ ਤੇ ਜਿਹੜਾ ਇਮੀਗ੍ਰੇਸ਼ਨ ਆਫਿਸਰ ਵੱਲੋਂ ਤੁਹਾਡਾ ਪੂਰਾ ਬੈਕਗ੍ਰਾਉਂਡ ਤੇ ਕ੍ਰਿਮੀਨੈਲਿਟੀ ਦਾ ਚੈੱਕ ਹੁੰਦਾ ਹੈ, ਉਸ ਤੋਂ ਬਾਅਦ ਹੀ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਹੈ। ਹੁਣ ਅਗਲਾ ਕੁਐਸਚਨ ਹੈ ਕਿ ਮੇਰੀ 2 ਸਟੇਜ ਐਲੀਜੀਬਿਲਿਟੀ ਡਿਸੀਜਨ ਜਿਹੜਾ ਹੈਗਾ ਉਹ ਕਦੋਂ ਕੰਪਲੀਟ ਹੋਊਗਾ? ਜਿਹੜਾ ਸੈਕੰਡ ਸਟੇਜ ਦਾ ਐਡਮਿਸਿਬਿਲਿਟੀ ਡਿਸੀਜਨ ਹੈ ਉਹ ਤੁਹਾਡੇ AIP ਤੋਂ ਬਾਅਦ ਤੇ ਵੀਜ਼ਾ ਇਸ਼ੂ ਹੋਣ ਤੋਂ ਪਹਿਲਾਂ ਹੁੰਦਾ ਹੈ। ਇਹਦੇ ਵਿੱਚ ਸਾਨੂੰ ਤੁਹਾਡੇ ਮੈਡੀਕਲ, ਬਾਇਓਮੈਟ੍ਰਿਕਸ, ਪੂਰੀ ਬੈਕਗ੍ਰਾਉਂਡ ਹਿਸਟਰੀ ਤੇ ਕ੍ਰਿਮੀਨੈਲਿਟੀ ਬਾਰੇ ਡਿਸੀਜਨ ਲੈ ਕੇ ਹੀ ਤੁਹਾਡਾ ਸੈਕੰਡ ਸਟੇਜ ਅਪਰੂਵਲ ਜਿਹੜਾ ਹੈਗਾ ਉਹ ਹੁੰਦਾ ਹੈ। ਅਗਲਾ ਕੁਐਸਚਨ ਹੈ ਕਿ AIP ਇਸ਼ੂ ਹੋਣ ਤੋਂ ਬਾਅਦ ਕੀ IRCC ਮੈਨੂੰ ਕੋਆਪ ਵਰਕ ਪਰਮਿਟ ਇਸ਼ੂ ਕਰੇਗਾ? ਇਹਦਾ ਆਨਸਰ ਹੈ ਨਹੀਂ। AIP ਇਸ਼ੂ ਕਰਨ ਤੋਂ ਬਾਅਦ ਅਸੀਂ ਕੋਆਪ ਵਰਕ ਪਰਮਿਟ ਨਹੀਂ ਇਸ਼ੂ ਕਰ ਸਕਦੇ। ਕੋਆਪ ਵਰਕ ਪਰਮਿਟ ਤਾਂ ਹੀ ਇਸ਼ੂ ਹੋ ਸਕਦਾ ਹੈ ਜਦੋਂ ਤੁਹਾਡਾ ਵੀਜ਼ਾ ਤੇ ਇੱਕ ਫਾਈਨਲ ਡਿਸੀਜਨ ਹੁੰਦਾ ਹੈ ਤੇ AIP ਤੁਹਾਡਾ ਫਾਈਨਲ ਡਿਸੀਜਨ ਨਹੀਂ ਹੈਗਾ। ਅਗਲਾ ਕੁਐਸਚਨ ਹੈ ਜੀ, ਸਟੇਜ 2 ਅਪਰੂਵਲ ਵਾਸਤੇ ਮੈਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ? ਇਹਦੇ ਬਾਰੇ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ, ਫਿਰ ਦੁਬਾਰਾ ਅਸੀਂ ਰਿਪੀਟ ਕਰ ਦਿੰਦੇ ਹਾਂ। ਸਟੇਜ 2 ਅਪਰੂਵਲ ਵਾਸਤੇ ਤੁਹਾਨੂੰ ਲੋੜ ਪੈਂਦੀ ਹੈ ਬਾਇਓਮੈਟ੍ਰਿਕਸ ਦੀ, ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਦੀ। ਤੁਸੀਂ ਟਰੂਥਫੁਲੀ ਤੇ ਸੱਚਾਈ ਨਾਲ ਸਾਰੇ ਸਵਾਲਾਂ ਦਾ ਆਨਸਰ ਦੇਣਾ ਹੈ। ਆਥੈਂਟਿਕ ਸਾਨੂੰ ਡਾਕੂਮੈਂਟ ਸਬਮਿਟ ਕਰਨੇ ਨੇ, ਸੱਚੇ ਡਾਕੂਮੈਂਟ ਸਬਮਿਟ ਕਰਨੇ ਨੇ ਤੇ ਆਪਦੀ ਪਿਛਲੇ 10 ਸਾਲਾਂ ਦੀ ਪੂਰੀ ਬੈਕਗ੍ਰਾਉਂਡ ਹਿਸਟਰੀ ਬਾਰੇ ਦੱਸਣਾ ਹੈ। ਇਹ ਸਾਰੀ ਚੀਜ਼ਾਂ ਦੀ ਤੁਹਾਨੂੰ ਲੋੜ ਪੈਂਦੀ ਹੈ ਸਟੇਜ 2 ਅਪਰੂਵਲ ਦੇ ਵਾਸਤੇ। ਹੁਣ ਅਗਲਾ ਕੁਐਸਚਨ ਹੈ ਕਿ ਮੈਂ ਆਪਦੇ ਡਾਕੂਮੈਂਟਸ ਜੇ ਮੈਂ ਆਪਦੇ ਸਾਰੇ ਡਾਕੂਮੈਂਟ ਸਬਮਿਟ ਕਰ ਦਿੱਤੇ ਨੇ, ਕੀ ਮੈਨੂੰ AIP ਮਿਲੇਗਾ ਜਾਂ ਮੈਨੂੰ ਸਟੇਜ 2 ਅਪਰੂਵਲ ਮਿਲੇਗਾ? ਇਹਦਾ ਆਨਸਰ ਇਹ ਹੈ ਕਿ ਜੇ ਸਾਡਾ ਜਿਹੜਾ ਹਲੇ ਫੋਕਸ ਹੈਗਾ ਹੈ ਉਹ ਇਸ ਟਾਈਮ ਤੇ AIP ਦੇਣ ਤੇ ਹੈਗਾ ਤਾਂ ਕਿ ਸਟੂਡੈਂਟਸ ਨੂੰ ਆਪਦੀ ਐਜੂਕੇਸ਼ਨ ਬਾਰੇ ਇੱਕ ਅਸ਼ੋਰੈਂਸ ਮਿਲੇ। ਜਦੋਂ ਤੁਹਾਡੀ ਸਟੇਜ 2 ਦੀ ਐਲੀਜੀਬਿਲਿਟੀ ਪਾਸ ਹੋ ਜਾਊਗੀ ਤਾਂ ਤੁਹਾਡੇ ਕੋਲ ਇੱਕ ਲੈਟਰ ਰਿਸੀਵ ਹੋਊਗੀ ਪਾਸਪੋਰਟ ਸਬਮਿਟ ਕਰਨ ਦੇ ਵਾਸਤੇ। ਬਟ ਇਹ ਲੈਟਰ ਜਿਹੜੀ ਹੈਗੀ ਹੈ ਅਸੀਂ ਸਿਰਫ ਉਹਨਾਂ ਸਟੂਡੈਂਟਸ ਨੂੰ ਇਸ ਵੇਲੇ ਦੇ ਰਹੇ ਹਾਂ ਜਿਨ੍ਹਾਂ ਦਾ ਜਿਹੜਾ DLI ਹੈਗਾ ਉਹ ਅਪਰੂਵਡ ਲਿਸਟ ਤੇ ਹੈਗਾ। ਅਗਲਾ ਕੁਐਸਚਨ ਹੈ ਜੀ, ਕੀ ਮੈਂ ਆਪਦੀ ਆਨਲਾਈਨ ਕਲਾਸਿਸ AIP ਤੋਂ ਪਹਿਲਾਂ ਸ਼ੁਰੂ ਕਰ ਸਕਦਾ? ਇਹਦਾ ਆਨਸਰ ਹੈ ਯੈਸ। ਤੁਸੀਂ ਆਪਦੀ ਪੜ੍ਹਾਈ ਜਿਹੜੀ ਹੈਗੀ ਹੈ AIP ਮਿਲਣ ਤੋਂ ਪਹਿਲਾਂ ਵੀ ਸ਼ੁਰੂ ਕਰ ਸਕਦੇ ਹੋ ਤੇ ਜੇ ਤੁਸੀਂ ਇਦਾਂ ਕਰਦੇ ਹੋ, ਤੁਹਾਡੀ ਜਿਹੜੀ ਪੜ੍ਹਾਈ ਸ਼ੁਰੂ ਹੋਣ ਦਾ ਸਮਾਂ ਹੈ, ਚਾਹੇ ਉਹ AIP ਤੋਂ ਪਹਿਲਾਂ ਤੁਸੀਂ ਸ਼ੁਰੂ ਕੀਤੀ ਹੈ, ਉਹ ਤੁਹਾਡੇ PGWP ਲਈ ਗਿਣੀ ਜਾਊਗੀ। ਅਗਲਾ ਕੁਐਸਚਨ ਹੈ ਕਿ ਜੇ ਇੱਕ DLI ਨਾਲ ਆਨਲਾਈਨ ਪੜ੍ਹਾਈ ਸ਼ੁਰੂ ਕਰਨ ਤੋਂ ਬਾਅਦ ਮੇਰੀ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ, ਕੀ ਮੇਰੀ ਟਿਊਸ਼ਨ ਫੀ ਰਿਫੰਡ ਹੋਊਗੀ?
ਇਹਦਾ ਆਨਸਰ ਹੈ ਜੀ IRCC ਤੁਹਾਡੇ ਰਿਫੰਡ ਬਾਰੇ ਕੋਈ ਅਸੀਂ ਤੁਹਾਨੂੰ ਕੋਈ ਗਾਈਡ ਨਹੀਂ ਕਰ ਸਕਦੇ, ਕਿਉਂਕਿ ਰਿਫੰਡ ਬਾਰੇ ਤੁਸੀਂ ਆਪਦੇ DLI ਨਾਲ ਗੱਲ ਕਰਨੀ ਹੈ ਤੇ ਉਹਨਾਂ ਦੀ ਰਿਫੰਡ ਪਾਲਿਸੀਜ਼ ਬਾਰੇ ਤੁਹਾਨੂੰ ਪੁੱਛਣਾ ਚਾਹੀਦਾ ਹੈ ਜਦੋਂ ਤੁਸੀਂ ਉੱਥੇ ਅਪਲਾਈ ਕਰਦੇ ਹੋ ਸਟੱਡੀ ਵਾਸਤੇ। ਅਗਲਾ ਕੁਐਸਚਨ ਹੈ ਜੀ ਕਿ ਮੈਨੂੰ ਆਪਦੀ ਐਪਲੀਕੇਸ਼ਨ ਤੇ ਡਿਸੀਜਨ ਕਦੋਂ ਮਿਲੇਗਾ। ਇਹਦਾ ਆਨਸਰ ਇਹ ਹੈ ਕਿ ਦੇਖੋ COVID-19 ਕਰਕੇ ਸਾਡੇ ਜਿਹੜੇ ਪ੍ਰੋਸੈਸਿੰਗ ਟਾਈਮਸ ਨੇ ਉਹ ਇਸ ਟਾਈਮ ਤੇ ਐਕਿਊਰੇਟ ਨਹੀਂ ਨੇ ਤੇ ਸਾਡੇ ਜਿਹੜੇ ਇਸ ਟਾਈਮ ਤੇ ਕਾਫੀ ਜ਼ਿਆਦਾ ਪ੍ਰੋਸੈਸਿੰਗ ਡਿਲੇਜ਼ ਨੇ ਤੇ ਤੁਹਾਨੂੰ ਆਪਦੀ ਐਪਲੀਕੇਸ਼ਨ ਨੂੰ ਲੈ ਕੇ ਪੇਸ਼ੈਂਟ ਹੋਣਾ ਪਏਗਾ। ਦੂਜਾ ਅਸੀਂ ਇਹ ਕਹਿ ਰਹੇ ਹਾਂ ਕਿ ਬਾਰ-ਬਾਰ ਕਹਿ ਰਹੇ ਹਾਂ ਕਿ ਅਸੀਂ ਸਿਰਫ ਉਹਨਾਂ ਐਪਲੀਕੇਸ਼ਨਸ ਨੂੰ ਇਸ ਟਾਈਮ ਤੇ ਪ੍ਰਾਇੋਰਟਾਈਜ਼ ਕਰ ਰਹੇ ਨੇ ਜਿਹੜੀ ਉਹਨਾਂ DLIs ਵਾਸਤੇ ਨੇ ਜਿਹੜੇ ਕਿ ਅਪਰੂਵਡ DLI ਲਿਸਟ ਤੇ ਨੇ। ਇਹ ਜਿਹੜੀ ਲਿਸਟ ਹੈ ਕਨਸਟੈਂਟਲੀ ਅਪਡੇਟ ਹੁੰਦੀ ਰਹੂਗੀ ਤੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡਾ DLI ਲਿਸਟ ਤੇ ਆ ਗਿਆ ਹੈ ਕਿ ਨਹੀਂ ਆਇਆ। ਅਗਲਾ ਕੁਐਸਚਨ ਹੈ ਕਿ ਮੈਂ ਵੀਜ਼ਾ ਵਾਸਤੇ ਆਪਣਾ ਪਾਸਪੋਰਟ ਕਦੋਂ ਸਬਮਿਟ ਕਰਨਾ ਹੈ। ਵੀਜ਼ਾ ਵਾਸਤੇ ਤੁਸੀਂ ਆਪਦਾ ਪਾਸਪੋਰਟ ਤਦ ਹੀ ਸਬਮਿਟ ਕਰਨਾ ਹੈ ਜਦੋਂ ਤੁਹਾਡੇ ਕੋਲ ਇੱਕ ਨਵੀਂ 2-ਵੇ ਕੋਰੀਅਰ ਸਰਵਿਸ ਦੀ ਲੈਟਰ ਆਊਗੀ। ਇਹ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਪੁਰਾਣੀ ਪਾਸਪੋਰਟ ਸਬਮਿਸ਼ਨ ਲੈਟਰਸ ਹੈਗੀਆਂ ਨੇ ਉਹਦੇ ਤਹਿਤ ਤੁਸੀਂ ਆਪਦਾ ਪਾਸਪੋਰਟ ਸਾਨੂੰ ਨਹੀਂ ਭੇਜਣਾ। ਜਦੋਂ ਤੁਹਾਨੂੰ ਇੱਕ ਨਵੀਂ 2-ਵੇ ਕੋਰੀਅਰ ਇੰਸਟਰਕਸ਼ਨ ਲੈਟਰ ਰਿਸੀਵ ਹੋਊਗੀ ਉਸ ਤੋਂ ਬਾਅਦ ਹੀ ਤੁਸੀਂ ਸਾਨੂੰ ਆਪਣਾ ਪਾਸਪੋਰਟ ਭੇਜ ਸਕਦੇ ਹੋ। ਅਗਲਾ ਕੁਐਸਚਨ ਹੈ ਕਿ ਜੇ ਮੇਰਾ DLI ਅਪਰੂਵਡ ਲਿਸਟ ਤੇ ਹੈਗਾ ਤੇ ਮੈਨੂੰ ਕੋਈ ਐਡੀਸ਼ਨਲ ਡਾਕੂਮੈਂਟਸ DLI ਨੇ ਦੇਣੇ ਨੇ। ਇਹਦਾ ਆਨਸਰ ਹੈ ਕਿ ਜੀ ਜੇ ਤੁਹਾਡਾ DLI ਅਪਰੂਵਡ ਲਿਸਟ ਤੇ ਹੈਗਾ ਤੇ ਉਹਨਾਂ ਨੇ ਤੁਹਾਨੂੰ ਉਹ ਸਾਰੀ ਗਾਈਡੈਂਸ ਪ੍ਰੋਵਾਈਡ ਕਰਨੀ ਹੈ ਜਿਹੜੇ ਕਿ ਤੁਹਾਡੇ ਕੈਨੇਡਾ ਟਰੈਵਲ ਤੇ ਉੱਥੇ 14 ਦਿਨਾਂ ਦਾ ਕੁਆਰੰਟਾਈਨ ਕਰਨ ਵਾਸਤੇ ਜ਼ਰੂਰੀ ਹੈ। ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਤੁਹਾਡੇ DLI ਨੇ ਦੇਣੀ ਹੈ। ਅਗਲਾ ਕੁਐਸਚਨ ਹੈ ਜੇ ਮੇਰਾ DLI ਮੈਨੂੰ ਇੱਕ ਨਵੀਂ LOA ਪ੍ਰੋਵਾਈਡ ਕਰੇਗਾ ਜਿਹਦੇ ਵਿੱਚ ਇਹ ਲਿਖਿਆ ਹੋਊਗਾ ਕਿ ਉਹ ਅਪਰੂਵਡ ਲਿਸਟ ਤੇ ਹੈਗਾ। ਇਹਦਾ ਆਨਸਰ ਹੈ ਜੀ ਨਹੀਂ, ਤੁਹਾਡਾ DLI ਕੋਈ ਨਵੀਂ LOA ਇਸ਼ੂ ਨਹੀਂ ਕਰੇਗਾ। DLI ਅਪਰੂਵਡ ਲਿਸਟ ਤੇ ਹੈਗਾ ਜਾਂ ਨਹੀਂ ਹੈਗਾ ਇਹ ਤੁਸੀਂ ਪੁਸ਼ਟੀ ਕਰਨੀ ਹੈ ਆਪਣੇ ਆਪ IRCC ਦੀ ਵੈਬਸਾਈਟ ਤੇ ਜਾ ਕੇ DLI ਅਪਰੂਵਡ ਲਿਸਟ ਦੇ ਵਿੱਚ ਆਪਣਾ DLI ਤੁਸੀਂ ਚੈੱਕ ਕਰਨਾ। ਅਗਲਾ ਕੁਐਸਚਨ ਹੈ ਕਿ ਕੀ ਮੈਂ ਬਿਨਾਂ ਬਾਇਓਮੈਟ੍ਰਿਕਸ ਦੇ ਟਰੈਵਲ ਕਰ ਸਕਦਾ ਹਾਂ ਤੇ ਕੈਨੇਡਾ ਜਾ ਕੇ ਬਾਇਓਮੈਟ੍ਰਿਕਸ ਦੇ ਸਕਦਾ ਹਾਂ। ਇਹਦਾ ਆਨਸਰ ਹੈ ਜੀ ਨਹੀਂ, ਤੁਸੀਂ ਬਿਨਾਂ ਬਾਇਓਮੈਟ੍ਰਿਕਸ ਤੇ ਕਦੇ ਵੀ ਕੈਨੇਡਾ ਟਰੈਵਲ ਨਹੀਂ ਕਰ ਸਕਦੇ। ਚਾਹੇ ਤੁਹਾਡਾ DLI ਅਪਰੂਵਡ ਲਿਸਟ ਤੇ ਹੈਗਾ ਚਾਹੇ ਨਹੀਂ ਹੈਗਾ, ਬਿਨਾਂ ਬਾਇਓਮੈਟ੍ਰਿਕਸ ਤੇ ਤੁਸੀਂ ਆਪ ਦਾ ਨਾ ਤਾਂ ਸਾਨੂੰ ਪਾਸਪੋਰਟ ਸਬਮਿਟ ਕਰ ਸਕਦੇ ਹੋ ਨਾ ਹੀ ਤੁਹਾਨੂੰ ਕੈਨੇਡਾ ਜਾਣ ਦੀ ਅਨੁਮਤੀ ਹੈਗੀ ਹੈ। ਅਗਲਾ ਕੁਐਸਚਨ ਹੈ ਕਿ ਮੇਰਾ DLI ਹਲੇ ਅਪਰੂਵਡ ਲਿਸਟ ਤੇ ਨਹੀਂ ਹੈਗਾ, ਕੀ ਇਹ ਲਿਸਟ ਦੇ ਵਿੱਚ ਹੋਰ DLIs ਐਡ ਹੋਣਗੇ? ਹਾਂਜੀ, ਇਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ। ਜੇ ਤੁਹਾਡਾ DLI ਇਸ ਵੇਲੇ ਅਪਰੂਵਡ ਲਿਸਟ ਤੇ ਨਹੀਂ ਹੈਗਾ ਤੁਸੀਂ ਆਪਦੀ DLI ਨਾਲ ਗੱਲ ਕਰ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਕੋਵਿਡ ਰੈਡੀਨੈਸ ਪਲਾਨ ਹੈ ਉਹ ਕਿਸ ਸਟੇਜ ਤੇ ਪਹੁੰਚਿਆ ਹੈ ਤੇ ਜਿਹੜੀ ਇਹ ਲਿਸਟ ਹੈ ਕਨਸਟੈਂਟਲੀ ਅਪਡੇਟ ਹੁੰਦੀ ਰਹੂਗੀ। ਇਹਦੇ ਜਦੋਂ ਵੀ ਇਹ ਲਿਸਟ ਅਪਡੇਟ ਹੋਊਗੀ ਅਸੀਂ ਆਪਦੇ ਸੋਸ਼ਲ ਮੀਡੀਆ ਚੈਨਲਸ ਦੇ ਉੱਤੇ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਕਿ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਲਿਸਟ ਜਿਹੜਾ ਇੰਸਟੀਚਿਊਟ ਹੈ ਉਹ DLI ਲਿਸਟ ਤੇ ਆਇਆ ਹੈ ਕਿ ਨਹੀਂ ਆਇਆ। ਅਗਲਾ ਕੁਐਸਚਨ ਹੈ ਜੀ ਮੇਰਾ DLI ਅਪਰੂਵਡ ਲਿਸਟ ਤੇ ਹੈਗਾ ਮਗਰ ਮੇਰੀਆਂ ਕਲਾਸਾਂ ਹਲੇ ਵੀ ਆਨਲਾਈਨ ਚੱਲ ਰਹੀਆਂ ਨੇ, ਕੀ ਮੈਂ ਕੈਨੇਡਾ ਜਾ ਸਕਦਾ? ਇਹਦਾ ਆਨਸਰ ਹੈ ਜੀ ਯੈਸ। ਰਿਗਾਰਡਲੈਸ ਕਿ ਤੁਹਾਡੀਆਂ ਕਲਾਸਾਂ ਆਨਲਾਈਨ ਚੱਲ ਰਹੀਆਂ ਨੇ ਜਾਂ ਇਨ ਕਲਾਸ ਚੱਲ ਰਹੀਆਂ ਨੇ, ਨਵੀਂ ਜਿਹੜੀ ਟਰੈਵਲ ਐਗਜ਼ੈਂਪਸ਼ਨਸ ਹੈ ਉਹਨਾਂ ਦੇ ਤਹਿਤ ਤੁਸੀਂ ਕੈਨੇਡਾ ਜਾ ਸਕਦੇ ਹੋ ਜੇਕਰ ਕਿ ਤੁਹਾਡਾ DLI ਅਪਰੂਵਡ ਲਿਸਟ ਤੇ ਹੈਗਾ। ਅਗਲਾ ਕੁਐਸਚਨ ਹੈ ਕਿ ਕੀ ਮੈਂ ਇੱਕ ਆਨਲਾਈਨ ਲੈਂਗੁਏਜ ਟੈਸਟ ਦਾ ਰਿਜ਼ਲਟ ਸਬਮਿਟ ਕਰ ਸਕਦਾ ਹਾਂ? ਇਹਦਾ ਆਨਸਰ ਹੈ ਜੀ ਨਹੀਂ, ਤੁਸੀਂ ਆਨਲਾਈਨ ਲੈਂਗੁਏਜ ਟੈਸਟ ਜਿਹੜਾ ਹੈਗਾ ਉਹ IRCC ਐਕਸੈਪਟ ਨਹੀਂ ਕਰਦੀ ਹੈ। ਅਗਲਾ ਕੁਐਸਚਨ ਹੈ ਮੇਰਾ IELTS ਸਕੋਰ ਐਕਸਪਾਇਰ ਹੋ ਗਿਆ ਹੈ ਜਾਂ ਹੋਣ ਵਾਲਾ ਹੈ, ਮੈਂ ਇਸ ਸਿਚੁਏਸ਼ਨ ਦੇ ਵਿੱਚ ਕੀ ਕਰ ਸਕਦਾ ਹਾਂ? ਦੇਖੋ ਸਾਨੂੰ ਪਤਾ ਹੈ ਕਿ ਇਸ ਟਾਈਮ ਤੇ ਤੁਹਾਨੂੰ IELTS ਦੇਣ ਦੇ ਵਿੱਚ ਦਿੱਕਤ ਹੋ ਰਹੀ ਹੈ ਤੇ ਅਸੀਂ ਉਹ ਸਾਰੇ IELTS ਸਕੋਰ ਐਕਸੈਪਟ ਕਰ ਰਹੇ ਹਾਂ ਜਿਹੜੇ ਕਿ ਐਪਲੀਕੇਸ਼ਨ ਸਬਮਿਟ ਕਰਨ ਦੇ ਟਾਈਮ ਤੇ ਵੈਲਿਡ ਸੀਗੇ। ਜੇ ਉਹ ਬਾਅਦ ਚ ਐਕਸਪਾਇਰ ਵੀ ਹੋ ਜਾਂਦੇ ਅਸੀਂ ਤਾਂ ਵੀ ਉਹਨਾਂ ਨੂੰ ਐਕਸੈਪਟ ਕਰ ਰਹੇ ਹਾਂ ਜੇ ਡੇਟ ਆਫ ਐਪਲੀਕੇਸ਼ਨ ਤੇ ਉਹ ਸਕੋਰਸ ਵੈਲਿਡ ਸੀਗੇ। ਨੈਕਸਟ ਕੁਐਸਚਨ ਹੈ ਕਿ ਕੀ ਮੈਂ PTE ਸਕੋਰ ਸਬਮਿਟ ਕਰ ਸਕਦਾ ਹਾਂ? ਨੌਨ SDS ਕੈਟਾਗਰੀ ਦੇ ਵਿੱਚ IRCC PTE ਰਿਜ਼ਲਟ ਐਕਸੈਪਟ ਕਰ ਰਹੀ ਹੈ, ਬਟ ਤੁਹਾਨੂੰ ਇਹ ਬੇਨਤੀ ਹੈ ਕਿ ਤੁਸੀਂ ਜਿਹੜਾ PTE ਦਾ ਸਕੋਰ ਹੈ ਉਹ ਸਾਨੂੰ PTE ਪੋਰਟਲ ਦੇ ਰਾਹੀਂ ਸਬਮਿਟ ਕਰੋ। ਤੁਹਾਨੂੰ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਆਪਦਾ ਯੂਜ਼ਰ ID ਤੇ ਪਾਸਵਰਡ ਸਾਨੂੰ ਆਪਦੀ ਸਟੱਡੀ ਪਰਮਿਟ ਐਪਲੀਕੇਸ਼ਨ ਦੇ ਨਾਲ ਨਾ ਭੇਜੋ। ਅਗਲਾ ਕੁਐਸਚਨ ਹੈ ਜੀ ਮੇਰੀ ਐਪਲੀਕੇਸ਼ਨ ਹਲੇ ਪੈਂਡਿੰਗ ਹੈ, ਜੇ ਮੈਂ ਆਪਦੀ ਪੜ੍ਹਾਈ ਡੈਫਰ ਕਰਦਾ ਤਾਂ ਕੀ ਹੋਊਗਾ? ਇਹਦਾ ਆਨਸਰ ਹੈ ਜੀ ਤੁਸੀਂ ਆਪਦੀ ਪੜ੍ਹਾਈ ਡੈਫਰ ਕਰ ਸਕਦੇ ਹੋ
ਬਟ ਇਹਦੇ ਬਾਰੇ ਤੁਸੀਂ ਸਾਨੂੰ ਜਲਦ ਤੋਂ ਜਲਦ ਜਾਣਕਾਰੀ ਦਿਓ। ਜਦੋਂ ਵੀ ਤੁਸੀਂ ਆਪਦੀ ਪੜ੍ਹਾਈ ਡੈਫਰ ਕਰਦੇ ਹੋ, ਸਾਨੂੰ ਵੈਬ ਫਾਰਮ ਰਾਹੀਂ ਤੁਸੀਂ ਇਹ ਸਾਨੂੰ ਸਬਮਿਟ ਕਰਨੀ ਹੈ। ਅਗਲਾ ਕੁਐਸਚਨ ਹੈ ਕਿ ਮੈਨੂੰ ਆਪਦੀ ਪੜ੍ਹਾਈ ਸਟੱਡੀ ਪਰਮਿਟ ਦਾ ਅਪਰੂਵਲ ਮਿਲ ਗਿਆ ਹੈ, ਪਰ ਮੈਂ ਆਪਣੀ ਸਟੱਡੀਜ਼ ਡੈਫਰ ਕਰ ਦਿੱਤੀਆਂ ਨੇ। ਮੈਂ ਆਪਦਾ ਵੀਜ਼ਾ ਕਿਵੇਂ ਐਕਸਟੈਂਡ ਕਰ ਸਕਦਾ ਹਾਂ? ਇਸ ਕੇਸ ਦੇ ਵਿੱਚ ਤੁਹਾਨੂੰ ਇੱਕ ਫਰੈਸ਼ ਸਟੱਡੀ ਪਰਮਿਟ ਅਪਲਾਈ ਕਰਨਾ ਪੈਣਾ ਹੈ। ਸਟੱਡੀ ਪਰਮਿਟ ਐਕਸਟੈਂਸ਼ਨ ਸਿਰਫ ਉਹਨਾਂ ਸਟੂਡੈਂਟਸ ਵਾਸਤੇ ਨੇ ਜਿਹੜੇ ਕਿ ਆਲਰੇਡੀ ਕੈਨੇਡਾ ਦੇ ਵਿੱਚ ਨੇ। ਨੈਕਸਟ ਕੁਐਸਚਨ ਹੈ ਕਿ ਕੀ AIP ਮਿਲਣ ਤੋਂ ਬਾਅਦ ਮੈਂ ਆਪਣੀ ਸਟੱਡੀਜ਼ ਡੈਫਰ ਕਰ ਸਕਦਾ ਹਾਂ? ਇਹਦਾ ਆਨਸਰ ਹੈ ਜੀ ਯੈਸ, ਤੁਸੀਂ ਆਪਦੀ ਸਟੱਡੀਜ਼ AIP ਮਿਲਣ ਤੋਂ ਬਾਅਦ ਵੀ ਡੈਫਰ ਕਰ ਸਕਦੇ ਹੋ। ਇਹਦੇ ਬਾਰੇ ਸਾਨੂੰ ਜਾਣਕਾਰੀ ਦੇਣੀ ਪੈਣੀ ਹੈ। ਤੁਹਾਡੀ ਜਿਹੜੀ ਲੇਟੈਸਟ LOA ਹੈ ਉਹ ਤੁਸੀਂ ਵੈਬ ਫਾਰਮ ਰਾਹੀਂ ਸਾਨੂੰ ਸਬਮਿਟ ਕਰੋਗੇ। ਇਸ ਕੇਸ ਦੇ ਵਿੱਚ ਹੋ ਸਕਦਾ ਹੈ ਕਿ ਤੁਹਾਡੀ ਸਟੇਜ 1 ਦੀ ਜਿਹੜੀ ਅਸੈਸਮੈਂਟ ਹੈਗੀ ਹੈ ਉਹ ਦੁਬਾਰਾ ਹੋਵੇ, ਜੇਕਰ ਕਿ ਤੁਸੀਂ AIP ਤੋਂ ਬਾਅਦ ਆਪਦੀ ਸਟੱਡੀਜ਼ ਡੈਫਰ ਕਰਦੇ ਹੋ। ਅਗਲਾ ਕੁਐਸਚਨ ਹੈ ਜੀ, PGWP ਵਾਸਤੇ ਐਲੀਜੀਬਲ ਹੋਣ ਲਈ ਮੈਨੂੰ ਕਿੰਨੀ ਪੜ੍ਹਾਈ ਆਨਲਾਈਨ ਮੈਂ ਕਰ ਸਕਦਾ? PGWP ਵਾਸਤੇ ਐਲੀਜੀਬਲ ਹੋਣ ਲਈ ਤੁਸੀਂ 50% ਤੱਕ ਆਪਣੀ ਪੜ੍ਹਾਈ ਆਨਲਾਈਨ ਕਰ ਸਕਦੇ ਹੋ ਤੇ 50% ਜਿਹੜੀ ਪੜ੍ਹਾਈ ਹੈ ਉਹ ਤੁਹਾਨੂੰ ਕੈਨੇਡਾ ਦੇ ਵਿੱਚ ਕਰਨੀ ਪੈਣੀ ਹੈ। ਅਗਲਾ ਕੁਐਸਚਨ ਹੈ ਜੀ, ਮੈਂ ਫਾਲ 2020 ਸਮੈਸਟਰ ਤੋਂ ਪਹਿਲਾਂ ਹੀ ਆਪਦੀ 50% ਪੜ੍ਹਾਈ ਆਨਲਾਈਨ ਕੰਪਲੀਟ ਕਰ ਚੁੱਕਿਆ, ਕੀ ਮੈਨੂੰ PGWP ਮਿਲ ਸਕਦਾ ਹੈ? ਜੇ ਤੁਸੀਂ ਆਪਦੀ ਪੜ੍ਹਾਈ ਸਪ੍ਰਿੰਗ ਸਮਰ 2020 ਸਮੈਸਟਰ ਦੇ ਵਿੱਚ ਸ਼ੁਰੂ ਕੀਤੀ ਹੈ ਤਾਂ ਆਪਣੀ 50% ਪੜ੍ਹਾਈ ਆਨਲਾਈਨ ਤੁਸੀਂ ਆਲਰੇਡੀ ਕਰ ਚੁੱਕੇ ਹੋ ਤਾਂ ਤੁਹਾਡੇ ਕੋਲ ਦੋ ਆਪਸ਼ਨਸ ਨੇ। ਪਹਿਲਾਂ ਤਾਂ ਤੁਸੀਂ ਰਿਮੇਨਿੰਗ ਜਿਹੜੀ ਪੜ੍ਹਾਈ ਹੈ ਉਹ ਵੀ ਆਨਲਾਈਨ ਕਰੋ, ਇਸ ਕੇਸ ਦੇ ਵਿੱਚ ਤੁਹਾਨੂੰ PGWP ਨਹੀਂ ਮਿਲੇਗਾ। ਦੂਜਾ ਕਿ ਤੁਸੀਂ ਆਪਦੀ ਪੜ੍ਹਾਈ ਨੂੰ ਡੈਫਰ ਕਰ ਸਕਦੇ ਹੋ ਤਾਂ ਕਿ ਬਾਕੀ ਬਚੀ ਜਿਹੜੀ 50% ਜਾਂ 50% ਪੜ੍ਹਾਈ ਹੈ ਉਹ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਕਰ ਸਕਦੇ ਹੋ। ਇਸ ਕੇਸ ਦੇ ਵਿੱਚ ਤੁਹਾਨੂੰ PGWP ਮਿਲ ਜਾਏਗਾ। ਅਗਲਾ ਜਿਹੜਾ ਕੁਐਸਚਨ ਹੈ ਕਿ ਜੇ ਮੈਂ ਫੁੱਲ ਟਾਈਮ ਸਟੂਡੈਂਟ ਤੋਂ ਪਾਰਟ ਟਾਈਮ ਆਪਦੀ ਸਟੱਡੀ ਸ਼ਿਫਟ ਕਰਦਾ ਤਾਂ ਇਸ ਚੀਜ਼ ਦਾ ਇਫੈਕਟ ਮੇਰਾ PGWP ਤੇ ਆਊਗਾ? ਇਹਦਾ ਆਨਸਰ ਇਹ ਕਿ ਜੇ ਫਾਲ 2020 ਸਮੈਸਟਰ ਵਾਸਤੇ ਜੇ ਤੁਸੀਂ PGWP ਵਾਸਤੇ ਐਲੀਜੀਬਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ ਫੁੱਲ ਟਾਈਮ ਸਟੱਡੀਜ਼ ਦੇ ਵਿੱਚ ਇਨਰੋਲ ਹੋਣਾ ਪੈਣਾ ਹੈ। ਮਗਰ ਜੇ ਵਿੰਟਰ ਜਾਂ ਸਪ੍ਰਿੰਗ ਸਮਰ 2020 ਸਮੈਸਟਰਸ ਨੇ ਉਹਨਾਂ ਦੇ ਵਿੱਚ ਜੇ ਤੁਸੀਂ ਜੇ ਤੁਹਾਡੇ DLIs ਨੇ ਕਲਾਸਿਸ ਕੈਂਸਲ ਕਰ ਦਿੱਤੀਆਂ ਨੇ ਜਾਂ ਡਿਲੇ ਕਰ ਦਿੱਤੀਆਂ ਨੇ ਤੇ ਤੁਸੀਂ ਫੁੱਲ ਟਾਈਮ ਤੋਂ ਪਾਰਟ ਟਾਈਮ ਸਟੂਡੈਂਟ ਹੋ ਗਏ ਹੋ ਤਾਂ ਤੁਹਾਡੀ PGWP ਦੀ ਐਲੀਜੀਬਿਲਿਟੀ ਜਿਹੜੀ ਹੈਗੀ ਹੈ ਉਹ ਇਫੈਕਟ ਨਹੀਂ ਹੋਊਗੀ। ਅਗਲਾ ਕੁਐਸਚਨ ਜਿਹੜਾ ਹੈਗਾ ਉਹ ਇਹ ਹੈ ਕਿ ਮੈਂ ਆਪਦੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਦੇ ਨਾਲ ਆਪਦੇ ਡਿਪੈਂਡੈਂਟ ਦੀ ਐਪਲੀਕੇਸ਼ਨ ਵੀ ਲਾਈ ਸੀਗੀ, ਕਿ ਜਿਹੜੀ ਇਹ ਦੋਵੇਂ ਐਪਲੀਕੇਸ਼ਨਸ ਨੇ ਇਹ ਨਾਲ ਪ੍ਰੋਸੈਸ ਹੋਣਗੀਆਂ? ਇਹਦਾ ਆਨਸਰ ਹੈਗਾ ਜੀ ਯੈਸ। ਜੇ ਤੁਸੀਂ ਆਪਦੀ ਸਟੱਡੀ ਪਰਮਿਟ ਐਪਲੀਕੇਸ਼ਨ ਦੇ ਨਾਲ ਆਪਦੇ ਡਿਪੈਂਡੈਂਟ ਦੀ ਐਪਲੀਕੇਸ਼ਨ ਲਾਈ ਹੈ, ਜਿੱਦਾਂ ਕਿ ਤੁਹਾਡੇ ਸਪਾਊਸ ਜਾਂ ਚਿਲਡਰਨ ਜਾਂ ਬੱਚਿਆਂ ਦੀ ਐਪਲੀਕੇਸ਼ਨ ਲਾਈ ਹੈ ਜਿਹੜੇ ਤੁਹਾਡੇ ਦੇ ਡਿਪੈਂਡੈਂਟ ਨੇ, ਉਹ ਦੋਵੇਂ ਐਪਲੀਕੇਸ਼ਨਸ ਨਾਲ ਪ੍ਰੋਸੈਸ ਹੋਣਗੀਆਂ। ਮਗਰ ਇਹਦੇ ਵਿੱਚ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਸਪੋਰਟਿੰਗ ਡਾਕੂਮੈਂਟਸ ਸਾਨੂੰ ਨਾਲ ਦਿਖਾਓ ਕਿ ਤੁਸੀਂ ਕਿੱਦਾਂ ਫਾਈਨੈਂਸ਼ੀਅਲੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਪੋਰਟ ਕਰੋਗੇ। ਅੱਜ ਦਾ ਆਖਰੀ ਕੁਐਸਚਨ ਜਿਹੜਾ ਹੈਗਾ ਉਹ ਇਹ ਹੈਗਾ ਕਿ ਕੀ ਮੇਰੇ ਡਿਪੈਂਡੈਂਟਸ ਮੇਰੇ ਨਾਲ ਟਰੈਵਲ ਕਰ ਸਕਦੇ ਨੇ ਜੇ ਮੇਰੇ ਕੋਲ ਸਟੱਡੀ ਪਰਮਿਟ ਹੈਗਾ ਤੇ ਉਹਨਾਂ ਕੋਲ ਇੱਕ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਹੈਗਾ? ਇਹਦਾ ਆਨਸਰ ਹੈ ਜੀ ਯੈਸ। ਜੇ ਤੁਹਾਡੇ ਕੋਲ ਸਟੱਡੀ ਪਰਮਿਟ ਹੈਗਾ ਤੇ ਤੁਹਾਡੇ ਡਿਪੈਂਡੈਂਟਸ ਕੋਲ ਇੱਕ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਹੈਗਾ, ਉਹ ਤੁਹਾਡੇ ਨਾਲ ਟਰੈਵਲ ਕਰ ਸਕਦੇ ਨੇ। ਮਗਰ ਉਹਨਾਂ ਨੂੰ ਇਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਉਹਨਾਂ ਦੀ ਜਿਹੜਾ ਟਰੈਵਲ ਹੈ, ਉਹਨਾਂ ਦੀ ਜਿਹੜੀ ਯਾਤਰਾ ਹੈ ਉਹ ਨਾਨ ਡਿਸਕ੍ਰਿਸ਼ਨਰੀ ਤੇ ਨਾਨ ਆਪਸ਼ਨਲ ਹੋਵੇ। ਜਿਹੜਾ ਸਟੱਡੀ ਪਰਮਿਟ ਹੋਲਡਰ ਹੈ ਉਹਨੂੰ ਸਪੋਰਟ ਕਰਨ ਵਾਸਤੇ ਹੀ ਤੁਹਾਡਾ ਜਿਹੜਾ ਡਿਪੈਂਡੈਂਟ ਨੇ ਉਹ ਤੁਹਾਡੇ ਨਾਲ ਟਰੈਵਲ ਕਰ ਸਕਦੇ ਨੇ। ਜਿੱਦਾਂ ਕਿ ਤੁਹਾਡੇ ਕੇਸ ਦੇ ਵਿੱਚ ਹੋ ਸਕਦਾ ਹੈ ਸਪਾਊਸ ਜਾਂ ਕਾਮਨ ਲਾਅ ਪਾਰਟਨਰ ਜਿਹੜੇ ਤੁਹਾਨੂੰ ਕੈਨੇਡਾ ਦੇ ਵਿੱਚ ਸਪੋਰਟ ਕਰਨ ਵਾਸਤੇ ਜਿਨ੍ਹਾਂ ਦੀ ਯਾਤਰਾ ਜ਼ਰੂਰੀ ਹੋ ਸਕਦੀ ਹੈ, ਜਾਂ ਇੱਕ ਮਾਈਨਰ ਜਿਹੜਾ ਚਾਈਲਡ ਹੈ ਜੋ ਉੱਥੇ ਪੜ੍ਹਨ ਜਾ ਰਿਹਾ ਹੈ ਸਟੱਡੀ ਪਰਮਿਟ ਤੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਜਾ ਸਕਦੇ ਨੇ। ਇੱਕ TRV ਹੋਲਡਰ ਜਾਂ ਟੈਂਪਰੇਰੀ ਰੈਜ਼ੀਡੈਂਟ ਹੋਲਡਰ ਨੂੰ ਕੈਨੇਡਾ ਟਰੈਵਲ ਕਰਨ ਵਾਸਤੇ ਇੱਕ ਆਥੋਰਾਈਜ਼ੇਸ਼ਨ ਦੀ ਲੋੜ ਪੈਂਦੀ ਹੈ। ਇਹ ਆਥੋਰਾਈਜ਼ੇਸ਼ਨ ਤੁਸੀਂ IRCC ਦੇ ਟਰੈਵਲ ਐਗਜ਼ੈਂਪਸ਼ਨ ਮੇਲ ਬਾਕਸ ਨੂੰ ਲਿਖ ਕੇ ਲੈ ਸਕਦੇ ਹੋ। ਤੇ ਇੱਕ ਗੱਲ ਦਾ ਤੁਸੀਂ ਹੋਰ ਧਿਆਨ ਰੱਖਣਾ ਹੈ ਕਿ ਤੁਹਾਡੇ ਨਾਲ ਜਿਹੜਾ ਤੁਹਾਡਾ ਡਿਪੈਂਡੈਂਟ ਜਾ ਰਹੇ ਨੇ, ਤੁਸੀਂ ਦੋਵਾਂ ਨੂੰ ਜਾਂ ਜਿੰਨੇ ਵੀ ਡਿਪੈਂਡੈਂਟਸ ਜਾਂ ਸਟੱਡੀ ਪਰਮਿਟ ਹੋਲਡਰਸ ਜਾ ਰਹੇ ਨੇ ਸਾਰਿਆਂ ਨੂੰ ਕੈਨੇਡਾ ਪਹੁੰਚ ਕੇ 14 ਦਿਨਾਂ ਦਾ ਕੁਆਰੰਟੀਨ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ।
ਤੇ ਤੁਸੀਂ ਕੁਆਰੰਟਾਈਨ ਪਲਾਨ ਦਾ ਉਲੰਘਣ ਨਹੀਂ ਕਰ ਸਕਦੇ। ਇਹਦੇ ਨਾਲ ਸਾਡਾ ਅੱਜ ਦਾ ਜਿਹੜਾ ਵੈਬੀਨਾਰ ਹੈ ਉਹ ਸਮਾਪਤ ਹੁੰਦਾ ਹੈ। ਅਸੀਂ ਇਹ ਹੋਪ ਕਰਦੇ ਹਾਂ ਕਿ ਤੁਸੀਂ ਅੱਜ ਦਾ ਵੈਬੀਨਾਰ ਤੁਸੀਂ ਜਿੰਨੀ ਵੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦਿੱਤੀ ਹੈ ਉਹ ਤੁਹਾਨੂੰ ਹੈਲਪ ਕਰੂਗੀ ਤੁਹਾਡੇ ਸਟੱਡੀ ਪਰਮਿਟ ਪ੍ਰੋਸੈਸ ਬਾਰੇ ਜਾਂ ਕੈਨੇਡਾ ਟਰੈਵਲ ਬਾਰੇ। ਤੁਹਾਡੇ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੇ ਸਾਨੂੰ ਲਗਾਤਾਰ ਫੋਲੋ ਕਰੋ ਤਾਂ ਕਿ ਤੁਹਾਨੂੰ ਲੇਟੈਸਟ ਤੇ ਅਪਡੇਟਡ ਨਿਊਜ਼ ਬਾਰੇ ਪਤਾ ਲੱਗਦਾ ਰਹੇ। ਅਸੀਂ ਹੋਪ ਕਰਦੇ ਹਾਂ ਕਿ ਅੱਗੇ ਵੀ ਅਸੀਂ ਤੁਹਾਨੂੰ ਲੇਟੈਸਟ ਜਾਣਕਾਰੀ ਇੱਦਾਂ ਹੀ ਦਿੰਦੇ ਰਵਾਂਗੇ। ਤੇ ਇਹਦੇ ਨਾਲ ਸਾਡਾ ਅੱਜ ਦਾ ਵੈਬੀਨਾਰ ਖਤਮ ਹੁੰਦਾ ਹੈ ਤੇ ਅਸੀਂ ਵਿਸ਼ ਕਰਦੇ ਹਾਂ ਤੁਹਾਡੇ ਸਾਰਿਆਂ ਨੂੰ ਇੱਕ ਗੁੱਡ ਫਿਊਚਰ ਐਂਡ ਹੈਵ ਅ ਗੁੱਡ ਡੇ। ਥੈਂਕ ਯੂ।